ਇਸਦਾ ਮਜ਼ਾਕ ਕੁਝ ਹੋਰ ਹੈ। ਰੈਡ FM ਸੁਣ ਰਹੇ ਹੋ ਤੁਸੀਂ ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਸਾਡੇ ਸਟੂਡੀਓਜ਼ ਦੇ ਵਿੱਚ ਪਹੁੰਚ ਚੁੱਕੇ ਹਨ। ਉਹ ਅਗਲੀ ਗੱਲਬਾਤ ਕਰਨਗੇ। ਅੱਜ ਬਹੁਤ ਜ਼ਰੂਰੀ ਸਮਾਜਿਕ ਗੱਲਾਂ ਹੋਣ ਵਾਲੀਆਂ ਨੇ ਜਿਹੜੀਆਂ ਤੁਸੀਂ ਬਹੁਤ ਪਸੰਦ ਕਰਦੇ ਹੋ। ਥੈਂਕ ਯੂ। ਅਤੇ ਪ੍ਰੋਫੈਸਰ ਸਾਹਿਬ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਵੈਲਕਮ। ਥੈਂਕ ਯੂ ਜ਼ੈਨ ਸਾਹਿਬ। ਪ੍ਰੋਫੈਸਰ ਸਾਹਿਬ ਤੁਸੀਂ ਵੀ ਹੁਣ ਭਲਵਾਨ ਰਹੇ ਹੋ, ਬਾਕੀ ਖੇਡਾਂ 'ਚ ਤੁਹਾਡੀ ਦਿਲਚਸਪੀ ਆ। ਜਿਹੜੀ ਆ ਕ੍ਰਿਕਟ ਦੀ ਗੇਮ ਹੋ ਕੇ ਹਟੀ ਆ, ਇਹਦੇ 'ਚ ਪਾਕਿਸਤਾਨ ਦਾ ਜਿੱਤ ਜਾਣਾ, ਭਾਰਤ ਦਾ ਨਾ ਜਿੱਤ ਜਾਣਾ, ਇਹਦੇ ਨਾਲ ਲੋਕਾਂ ਦੇ ਕੌਮੈਂਟਸ ਖਾਸ ਤੌਰ 'ਤੇ ਉੱਤੇ ਵਿਦਿਆਰਥੀਆਂ ਵਿੱਚ ਝਗੜੇ, ਹੋਰ ਕਈ ਗੱਲਾਂ ਬਾਤਾਂ ਇਹੋ ਜਿਹੀਆਂ ਹੋ ਰਹੀਆਂ ਜਿਹੜੀਆਂ ਮੈਨੂੰ ਲੱਗਦਾ ਕਿ ਟੋਲਰੈਂਸ ਬਹੁਤ ਘਟੀ ਹੋਈ ਆ। ਥੈਂਕ ਸਾਹਿਬ, ਤੁਹਾਨੂੰ ਯਾਦ ਹੈ ਆਪਾਂ ਬਹੁਤ ਵਾਰ ਇੱਥੇ ਇਹ ਗੱਲ ਕਰਦੇ ਰਹਿੰਦੇ ਹਾਂ ਵੀ ਜਦੋਂ ਵੀ ਅਸੀਂ ਗੁਰੂ ਸਾਹਿਬ ਦੇ ਉਸ ਮਹਾਨ ਵਾਕ ਨਾਲੋਂ ਟੁੱਟਣਾ, ਮਾਨਸ ਕੀ ਜ਼ਾਤ ਸਭੇ ਏਕੇ ਪਹਿਚਾਣ ਵੋ, ਫਿਰ ਹੀ ਇਹ ਝਗੜੇ ਸ਼ੁਰੂ ਹੋਣੇ ਆ, ਫਿਰ ਹੀ ਇਹ ਟੁਕੜੇ ਸ਼ੁਰੂ ਹੋਣੇ ਆ, ਫਿਰ ਹੀ ਇਹ ਨਫ਼ਰਤਾਂ ਸ਼ੁਰੂ ਹੋਣੀਆਂ। ਇਹ ਇੱਕ ਸਿੰਪਲ ਗੱਲ ਆ, ਇੱਕ ਇਨਸਾਨਾਂ ਦੀ ਟੀਮ ਦਾ ਦੂਜੀ ਇਨਸਾਨਾਂ ਦੀ ਟੀਮ ਨਾਲ ਮੈਚ ਹੋਇਆ ਜਾਏ, ਦੁਨੀਆ 'ਚ ਹੁੰਦੇ ਰਹਿੰਦੇ, ਠੀਕ ਹੈ, ਦੁਨੀਆ 'ਚ ਹੁੰਦੇ ਰਹਿੰਦੇ ਆ। ਉਹ ਵੀ ਉੱਧਰ ਵੀ ਮਾਨਸ ਕੀ ਜ਼ਾਤ ਦਾ ਹਿੱਸਾ, ਉਹ ਵੀ ਇਨਸਾਨ ਹੈ, ਉਹ ਵੀ ਇਨਸਾਨ ਹੈ। ਇੱਕ ਇਨਸਾਨਾਂ ਦੀ ਟੀਮ ਨੇ ਦੂਜੀ ਇਨਸਾਨਾਂ ਦੀ ਟੀਮ ਨੂੰ ਜਿੱਤ ਲਿਆ। ਇਹਦੇ ਵਿੱਚ ਕਿਉਂਕਿ ਇਹਦਾ ਰੌਲਾ ਕੀ ਆ, ਇਹ ਹਿੰਦੁਸਤਾਨ ਹੈ ਜੀ, ਇਹ ਪਾਕਿਸਤਾਨ ਹੈ ਜੀ, ਇਹ ਮੁਸਲਮਾਨ ਹੈ ਜੀ, ਇਹ ਹਿੰਦੂ ਹੈ। ਇਹ ਤਾਂ ਹੀ ਪੈਦਾ ਹੁੰਦੇ ਆ ਜਿਸ ਵੇਲੇ ਅਸੀਂ ਉਹ ਲੜ ਛੱਡ ਦਿੰਦੇ ਹਾਂ ਜਾ ਕੇ। ਜਦੋਂ ਅਸੀਂ ਇਨਸਾਨੀਅਤ ਦਾ ਹਿੱਸਾ ਹਟ ਜਾਂਦੇ ਹਾਂ ਤਾਂ ਅਸੀਂ ਟੁਕੜਿਆਂ ਵਿੱਚ ਵੰਡ ਹੋ ਜਾਂਦੇ ਹਾਂ। ਹੁਣ ਇੱਕ ਜਿਹੜੀ ਬਿਹਤਰ ਟੀਮ ਸੀ ਉਹ ਜਿੱਤ ਗਈ, ਗੁੱਡ ਲੱਕ ਟੂ ਡੈਮ। ਉਹ ਤਾਂ ਜਿੱਤੇ ਵੀ ਸਾਡੇ ਭਰਾ ਹੀ ਆ, ਚਲੋ ਬਹੁਤਾ ਫਰਕ ਨਹੀਂ ਹੈ, ਠੀਕ ਹੈ ਨਾ ਜਾ ਕੇ। ਸੋ ਇਹਦੇ ਵਿੱਚ ਜੇ ਆਪਾਂ ਉਹਦੇ ਨਾਲ ਜੁੜੇ ਰਹੀਏ ਨਾ, ਉਹਦੇ ਨਾਲ ਟਿਕੇ ਰਹੀਏ ਵੀ ਅਸੀਂ ਸਾਰੀ ਇਨਸਾਨੀਅਤ ਦਾ ਇੱਕ ਹਿੱਸਾ ਆ, ਫਿਰ ਸਾਨੂੰ ਬਹੁਤਾ ਫਰਕ ਨਹੀਂ। ਫਿਰ ਸਾਨੂੰ ਇਹ ਵੀ ਠੀਕ ਹੈ, ਚੰਗੀ ਟੀਮ ਸੀ, ਜਿੱਤ ਗਈ, ਬਹੁਤ ਚੰਗੀ ਗੱਲ ਹੋ ਗਈ ਹੈ, ਉਹਨਾਂ ਨੂੰ ਗੁੱਡ ਲੱਕ ਟੂ ਦੈਮ, ਠੀਕ ਹੈ ਨਾ, ਜਿਹੜਾ ਵੀ ਜਿੱਤਦਾ ਹੈ। ਸੋ ਇਹਦੇ ਨਾਲ ਇਹਦੇ ਜੁੜੇ ਰਹਿਣਾ ਚਾਹੀਦਾ ਜਾ ਕੇ। ਇਹ ਵਾਈਡਰ ਇਸ਼ੂਜ਼ ਦੇ ਨਾਲ ਇਹਨੂੰ ਦੇਖਣਾ ਚਾਹੀਦਾ, ਇਹਨੂੰ ਬਹੁਤ ਸੌੜੇ ਹਿੱਤਾਂ ਨਾਲ ਨਹੀਂ ਦੇਖਣਾ ਚਾਹੀਦਾ ਹੈਗਾ ਜਾ ਕੇ ਵੀ ਉਹ ਜਿੱਤ ਗਿਆ ਜਾਂ ਉਹ ਜਿੱਤ ਗਿਆ। ਇਹ ਮੇਰਾ ਤਾਂ ਮਨ ਬਹੁਤ ਦੁਖੀ ਹੁੰਦਾ ਜਿਸ ਵੇਲੇ ਇੱਦਾਂ ਦੀਆਂ ਗੱਲਾਂ ਕਰਦੇ ਹੈਗੇ ਜਾ ਕੇ। ਜਿੱਥੇ ਸੰਗਰੂਰ ਦੇ ਵਿੱਚ ਮਾਰਕੁੱਟ ਹੋਈ ਹੈ, ਉੱਥੇ ਇੱਕ ਜ਼ਿੰਮੇਵਾਰ ਉਹਦੇ 'ਤੇ ਮਿਨਿਸਟਰ ਨੇ ਪਾਕਿਸਤਾਨ ਦੇ ਨੇ ਜਿਹੜੀ ਸਟੇਟਮੈਂਟ ਦਿੱਤੀ ਆ ਕਿ ਜੀ ਇਹਦੇ ਨਾਲ ਇਸਲਾਮ ਦਾ ਨਾਮ ਬਹੁਤ ਉੱਚਾ ਹੋ ਗਿਆ। ਇਹ ਇਸਲਾਮਿਕ ਖੇਡ ਥੋੜ੍ਹੀ। ਥਿੰਨ ਸਾਹਿਬ, ਇਹ ਮੈਂ ਤੁਹਾਨੂੰ ਦੱਸਾਂ, ਇਹ ਚਾਹੇ ਉੱਧਰ ਆ ਚਾਹੇ ਉੱਧਰ ਆ, ਹੈਗੇ ਸਾਰੇ ਆਪਾਂ ਇੱਕੋ ਜਿਹੇ ਹੀ ਆ। ਇਹ ਬਰਰੇ ਸਗੀਰ ਦੇ ਜਿਹੜੇ ਬੰਦੇ ਆ ਨਾ, ਚਾਹੇ ਉਹ ਬਾਘੇ ਦੇ ਇੱਧਰਲੇ ਪਾਸੇ ਆ ਚਾਹੇ ਉਹ ਬਾਘੇ ਦੇ ਉੱਧਰਲੇ ਪਾਸੇ ਆ, ਉਹਨਾਂ ਸਾਰੇ ਨਫ਼ਰਤਾਂ ਨਾਲ ਭਰੇ ਪਏ ਆ। ਸਾਰਿਆਂ ਨੂੰ ਨਿਕਲਣ ਦੀ ਲੋੜ ਆ, ਚਾਹੇ ਉਹ ਇੱਧਰ ਆ ਚਾਹੇ ਉਹ ਉੱਧਰ ਆ ਜਾ ਕੇ, ਚਾਹੇ ਉਹ ਮਿਨਿਸਟਰ ਆ ਚਾਹੇ ਕੁਛ ਆ। ਮੈਂ ਆਈ ਡੋਂਟ ਲਾਈਕ ਇਟ, ਮੈਨੂੰ ਨਹੀਂ ਚੰਗਾ ਲੱਗਦਾ ਜੀ। ਤਾਂ ਚਲੋ ਐਨੀਵੇ ਜਿਹੜੀ ਆਪਾਂ ਅੱਜ ਗੱਲਬਾਤ ਕਰਨੀ ਹੈ ਜੀ, ਉਹ ਖਾਸ ਤੌਰ ਦੇ ਉੱਤੇ ਜਿਹੜੀ ਸਾਡੀ ਨਵੀਂ ਪੀੜ੍ਹੀ ਆ ਰਹੀ ਆ, ਸਾਡੇ ਬੱਚੇ ਆ। ਹੁਣ ਬਹੁਤ ਸਾਰੇ ਮਾਪੇ ਜਦੋਂ ਬੱਚਿਆਂ ਨੂੰ ਪਾਲਦੇ ਆ, ਉਹਨਾਂ ਤੋਂ ਕਾਫੀ ਉਮੀਦਾਂ ਰੱਖਦੇ ਆ ਕਿ ਸਾਡੇ ਬੱਚੇ ਵੱਡੇ ਹੋਣਗੇ। ਕਈ ਤਾਂ ਇੱਥੋਂ ਤੱਕ ਰੱਖਦੇ ਆ ਕਿ ਸਾਡੀ ਬੁਢਾਪੇ ਦੀ ਡੰਗੋਰੀ ਇਹਨਾਂ ਨੇ ਬਣਨਾ, ਸਾਡੀ ਲੁੱਕ ਆਫਟਰ ਕਰਨਗੇ, ਸਾਨੂੰ ਸੁੱਖ ਦੇਣਗੇ। ਕਈ ਲੋਕਾਂ ਦਾ ਇੰਟਰਸਟ ਵੀ ਆ। ਈਵਨ ਕਈ ਕਬੀਲਿਆਂ ਦੇ ਵਿੱਚ ਤਾਂ ਕਈ ਥਾਵਾਂ ਦੇ ਉੱਤੇ ਬਾਕਾਇਦਾ ਤੌਰ 'ਤੇ ਬੱਚੇ ਨੂੰ ਇੱਕ ਇਨਵੈਸਟਮੈਂਟ ਸਮਝਿਆ ਜਾਂਦਾ। ਉਸ 'ਤੇ ਉਹ ਪੜ੍ਹਾਈ 'ਤੇ ਖਰਚ ਕਰਦੇ ਆ, ਉਹਦੇ ਵਿਆਹ 'ਤੇ ਖਰਚ ਕਰਦੇ ਆ। ਫਿਰ ਕਈ ਵਾਰੀ ਦਾਜ ਦੇ ਵਿੱਚ ਉਹ ਸਾਰੇ ਪੈਸੇ ਵਸੂਲਣਾ ਚਾਹੁੰਦੇ ਆ ਕਿ ਇਸ ਮੁੰਡੇ 'ਤੇ ਮੇਰਾ ਇੰਨਾ ਖਰਚ ਆਇਆ, ਇੰਨੇ ਪੈਸੇ ਮੈਨੂੰ ਦਿਓ। ਸੋ ਜਿਹੜੀ ਐਕਸਪੈਕਟੇਸ਼ਨ ਹੈ ਪੇਰੈਂਟਸ ਦੀ ਮਾਪਿਆਂ ਤੋਂ ਕਿ ਅੱਛਾ ਬੱਚਾ ਬਣੇ, ਨੇਕ ਬੱਚਾ ਬਣੇ, ਅਤੇ ਫਿਰ ਮੇਰੀ ਲੁੱਕ ਆਫਟਰ ਕਰੇ, ਮੇਰੇ ਕਹਿਣੇ 'ਚ ਵੀ ਰਹੇ, ਹੁਕਮ ਅਦੂਲੀ ਨਾ ਕਰੇ, ਆਪਣੀ ਕੋਈ ਓਪੀਨੀਅਨ ਨਾ ਦੇਵੇ, ਮੇਰੇ ਮੂਹਰੇ ਵੀ ਨਾ ਬੋਲੇ। ਹੁਣ ਜਿਹੜੀ ਚੇਂਜ ਹੋ ਰਹੀ ਪੀੜ੍ਹੀ ਆ, ਇੰਨੀ ਤਬਦੀਲੀ ਆ ਗਈ ਆ ਹੁਣ, ਇਹਦੇ ਵਿੱਚ ਮੇਰਾ ਖਿਆਲ ਨਹੀਂ ਹੁਣ ਇਹ ਗੱਲ ਚੱਲਣੀ ਆ ਜਿਹੜੀ ਐਕਸਪੈਕਟੇਸ਼ਨਸ ਨੇ ਸਾਨੂੰ ਛੱਡ ਦੇਣੀਆਂ ਚਾਹੀਦੀਆਂ। ਤਿੰਨ ਸਾਹਿਬ, ਮੈਨੂੰ ਯਾਦ ਹੈ ਕਈਆਂ ਸਾਲਾਂ ਦੀ ਗੱਲ ਆ, ਇੱਕ ਵੈਨਕੂਵਰ ਕੋਰਟ ਦੇ ਵਿੱਚ ਉਹਦੇ ਕੈਫੇ ਦੇ ਵਿੱਚ ਇੱਕ ਵਾਰ ਬੈਠੇ ਜੀ, ਮੇਰੇ ਨਾਲ ਇੱਥੇ ਬੜੇ ਮਸ਼ਹੂਰ ਵਕੀਲ ਸੀਗੇ, ਹੁਣ ਤਾਂ ਉਹਨਾਂ ਦੀ ਡੈਥ ਹੋ ਗਈ, ਆਪਣੀ ਕਮਿਊਨਿਟੀ 'ਚ ਬੜਾ ਨਾਂ ਸੀ, ਗੋਰਿਆਂ ਦੇ ਸੀ। ਉਹ ਬੈਠੇ ਮੈਨੂੰ ਕਹਿੰਦੇ ਬੁੱਧਿਜ਼ਮ ਦੀ ਗੱਲ ਕਰਦੇ ਸੀ, ਕਹਿੰਦੇ ਬੁੱਧਿਜ਼ਮ ਦੀ ਗੱਲ ਕਰਦੇ। ਮੈਂ ਉਹਨਾਂ ਨੂੰ ਕਿਹਾ ਜੀ, ਮੈਂ ਕਿਹਾ ਬੁੱਧਿਜ਼ਮ ਦੇ ਮੁਤਾਬਕ ਉਹ ਕਹਿੰਦੇ ਵੀ ਸਾਰੀ ਜਿਹੜੀ ਦੁੱਖ ਦਾ ਕਾਰਨ ਆ ਉਹ ਡਿਜ਼ਾਇਰਸ ਆ, ਵੀ ਬੰਦੇ ਦੀਆਂ ਜਿਹੜੀਆਂ ਡਿਜ਼ਾਇਰਸ ਆ ਇਹ ਸਾਰਾ ਦੁੱਖ ਪੈਦਾ ਕਰਦੀਆਂ। ਉਹ ਗੱਲ ਸੁਣਦੇ ਰਹੇ, ਕਹਿੰਦੇ ਗੱਲ ਤਾਂ ਠੀਕ ਹੈ ਕਿ ਬਹੁਤਾ ਫਰਕ ਤਾਂ ਹੈ ਨਹੀਂ ਜਿਹੜੀ ਗੱਲ ਮੈਂ ਕਹਿਣ ਲੱਗਾ, ਪਰ ਉਹ ਕਹਿੰਦੇ ਮੇਰੇ ਨਾਲੋਂ ਵੀ ਡਿਜ਼ਾਇਰਸ ਨਾਲੋਂ ਜ਼ਿਆਦਾ ਜਿਹੜੀਆਂ ਐਕਸਪੈਕਟੇਸ਼ਨਸ ਆ, ਸਾਡੀਆਂ ਜਿਹੜੀਆਂ ਆਸਾਂ ਆ ਨਾ ਆਪਣੇ ਨੀਅਰ ਐਂਡ ਡੀਅਰ ਵਨਸ ਤੋਂ, ਨਿਆਣਿਆਂ ਤੋਂ, ਘਰ ਵਾਲੀ ਤੋਂ, ਦੋਸਤਾਂ ਤੋਂ, ਮਿੱਤਰਾਂ ਤੋਂ, ਸਾਰਿਆਂ ਤੋਂ, ਇਹ ਜਿਹੜੀਆਂ ਐਕਸਪੈਕਟੇਸ਼ਨਸ ਆ ਇਹ ਪੁਆੜੇ ਦੀ ਜੜ੍ਹ ਆ। ਉਹ ਕਹਿੰਦੇ
ਉਹ ਜਦ ਕਹਿੰਦੇ ਅਸੀਂ ਐਕਸਪੈਕਟੇਸ਼ਨ ਜ਼ਿਆਦਾ ਕਰ ਲੈਂਦੇ, ਆਸ ਜ਼ਿਆਦਾ ਕਰ ਲੈਂਦੇ, ਉਹ ਬੰਦੇ ਉਹਦੇ ਮੁਤਾਬਕ ਪੂਰੇ ਉਤਰਦੇ ਨਹੀਂ ਹੈ, ਤਾਂ ਫਿਰ ਕਹਿੰਦੇ ਸਾਰਾ ਪਵਾੜਾ ਪੈਂਦਾ ਜਾ ਕੇ। ਸੋ ਮੈਨੂੰ ਲੱਗਾ ਵੀ ਉਹਨਾਂ ਦੀ ਗੱਲ ਵੀ ਕਾਫੀ ਹੱਦ ਤੱਕ ਠੀਕ ਸੀਗੀ। ਹੁਣ ਜਿਹੜੀ ਤੁਸੀਂ ਗੱਲ ਕੀਤੀ ਆ ਉਹ ਇੱਦਾਂ ਆ, ਪਹਿਲੀ ਤਾਂ ਗੱਲ ਅਸੀਂ ਕਰਦੇ ਬਹੁਤ ਆ ਨਿਆਣਿਆਂ ਲਈ, ਕਰਦੇ ਤਾਂ ਸਾਰੇ ਹੀ ਆ, ਸਾਰੇ ਘਰ ਸਾਰੀਆਂ ਕਮਿਊਨਿਟੀਆਂ 'ਚ ਕਰਦੇ ਆ, ਈਵਨ ਜਾਨਵਰ ਵੀ ਕਰਦੇ ਆ, ਕਰਦੇ ਤਾਂ ਸਾਰੇ। ਪਰ ਮੈਨੂੰ ਲੱਗਦਾ ਜਿਹੜੇ ਅਸੀਂ ਉੱਥੋਂ ਅਸੀਂ ਬਹੁਤ ਕਰਦੇ ਹਾਂ, ਭਾਰਤੀ ਭਾਈਚਾਰੇ ਦੇ ਲੋਕ ਬਹੁਤ ਕਰਦੇ ਹਾਂ ਜੀ। ਅਸੀਂ ਜਦ ਕਿ ਮਰਨ ਤੱਕ ਜਾਂਦੇ ਹਾਂ ਜੀ ਨਿਆਣਿਆਂ ਦੇ ਲਈ, ਅਸੀਂ ਮਰਨ ਤੱਕ ਜਾਂਦੇ ਹਾਂ, ਕੰਗਾਲ ਹੋਣ ਤੱਕ ਜਾਂਦੇ ਹਾਂ ਨਿਆਣਿਆਂ ਦੀ ਖਾਤਰ ਜਾ ਕੇ ਮੈਂ ਹੁਣ ਜਦ ਉੱਥੇ ਕਾਲਜ ਦੇ ਵਿੱਚ ਹੁੰਦਾ ਸੀ, ਮੈਂ ਦੇਖਣਾ ਨਿਆਣਿਆਂ ਨੇ ਬੜੇ ਸੋਹਣੇ ਸੂਟ ਬੂਟ ਪੈਂਟਾਂ ਪਾ ਕੇ ਆਉਣਾ, ਤਾਂ ਫਾਦਰ ਨੇ ਜਦ ਕਿਤੇ ਆਉਣਾ ਤਾਂ ਉਹਦੇ ਕੱਪੜੇ ਬੜੇ ਹੋਰੇ ਤਰ੍ਹਾਂ ਦੇ ਹੋਣੇ ਜਾ ਕੇ, ਜਿਹੜੇ ਉਹਨੂੰ ਸਵਾ ਦੇਣੇ, ਆਪ ਨਹੀਂ ਉੱਦਾਂ ਦੇ ਰੱਖਣੇ ਜਾ। ਇਹ ਤਾਂ ਇੱਥੇ ਤੱਕ ਜਾਂਦੇ ਲੋ। ਮੈਂ ਤੁਹਾਨੂੰ ਚਲੋ ਹਿਸਟਰੀ ਦੀ ਗੱਲ ਕਰਦੇ, ਅੱਗੇ ਆਪਾਂ ਇੱਕ ਵਾਰ ਕੀਤੀ ਹੈ ਇਹ ਗੱਲ, ਅੱਛਾ ਜੀ, ਉਹ ਫੇਰ ਕਰ ਲੈਂਦੇ ਹਾਂ। ਇਹ ਗੱਲ ਹੈਗੀ ਆ ਜੀ, ਸਮਝੋ ਮਹਾਤਮਾ ਬੁੱਧ ਦੇ ਟਾਈਮ ਦੀ ਗੱਲ ਹੈ ਜੀ, ਮਹਾਤਮਾ ਬੁੱਧ ਦੇ ਟਾਈਮ ਦੀ। ਮਗਧ ਦਾ ਰਾਜਾ ਸੀ ਬਿੰਦੂਸਾਰਾ ਜੀ। ਅੱਛਾ ਜੀ। ਬਿੰਦੂਸਾਰਾ ਦਾ ਪੁੱਤ ਸੀ ਜੀ ਅਜਾਤ ਸ਼ਤਰੂ। ਆਪਾਂ ਕੀਤੀ ਇੱਕ ਵਾਰ ਗੱਲ ਚ ਲੌਂਗ ਬੈਕ। ਅਜਾਤ ਸ਼ਤਰੂ ਨੇ ਉਹ ਚਾਹੁੰਦਾ ਸੀ ਮੈਂ ਛੇਤੀ ਰਾਜ ਲੈ ਲਵਾਂ, ਉਹ ਬਾਦਸ਼ਾਹ ਉਹਨੂੰ ਗਰੂਮ ਕਰ ਰਿਹਾ ਸੀ ਵੀ ਹੌਲੀ ਹੌਲੀ ਮੈਨੂੰ ਰਾਜ ਦੇ ਦੇਣਾ। ਪਰ ਉਹ ਕਹਿੰਦਾ ਵੀ ਇਹਦੀ ਤਾਂ ਸਿਹਤ ਬਹੁਤ, ਇਹਨੂੰ ਪਤਾ ਨਹੀਂ ਕਿੰਨਾ ਚਿਰ ਕੱਢਣਾ ਜਾ ਕੇ, ਮੈਂ ਤਾਂ ਬੁੱਢਾ ਹੋ ਜਾਣਾ। ਉਹਨੇ ਜਾ ਕੇ ਜੀ ਉਹਨੂੰ ਕੈਦ ਕਰ ਲਿਆ। ਅਜਾਤ ਸ਼ਤਰੂ ਨੇ ਬਿੰਦੂਸਾਰਾ ਨੂੰ, ਆਪਣੇ ਫਾਦਰ ਨੂੰ ਕੈਦ ਕਰ ਲਿਆ ਇਸ ਗੱਲ ਦੇ ਲਈ, ਤੇ ਆਪ ਬਾਦਸ਼ਾਹ ਬਣ ਗਿਆ। ਆਪ ਬਾਦਸ਼ਾਹ ਬਣ ਗਿਆ। ਤਾਂ ਜਿਸ ਵੇਲੇ ਉਹ ਬਾਦਸ਼ਾਹ ਬਣ ਗਿਆ ਜੀ, ਤਾਂ ਉਹਦੇ ਜਿਹੜੇ ਸਲਾਹਕਾਰ ਸੀ ਉਹਨੂੰ ਇਹ ਕਿਹਾ ਵੀ ਜਿੰਨੀ ਦੇਰ ਤੱਕ ਇਹ ਕੈਦ ਦੇ ਵਿੱਚ ਜੀਂਦਾ ਆ ਨਾ, ਕਿਉਂਕਿ ਬਾਦਸ਼ਾਹ ਉਹਦਾ ਲੋਕਾਂ ਦੀ ਸਿੰਪਥੀ ਇਹਦੇ ਵੱਲ ਨੂੰ ਰਹਿਣੀ ਆ, ਅਹਿਲਕਾਰਾਂ ਨੇ ਵੀ ਇਹਦੇ ਕਹਿਣੇ ਮੰਨਣੇ ਆ ਜਾ ਕੇ, ਤੈਂ ਇਫੈਕਟਿਵਲੀ ਰਾਜ ਨਹੀਂ ਕਰ ਸਕਣਾ ਜਿੰਨਾ ਚਿਰ ਇਹ ਜੀਂਦਾ ਰਿਹਾ, ਵੀ ਬੈਟਰ ਰਿਹਾ ਵੀ ਇਹਨੂੰ ਮਾਰ ਦੇ, ਇਹਨੂੰ ਮਾਰ ਦੇ, ਫੇਰ ਠੀਕ ਰਾਜ ਚੰਗੀ ਤਰ੍ਹਾਂ ਚੱਲੂਗਾ। ਅੱਛਾ, ਉਹਨੂੰ ਜਿਹੜਾ ਹੈਗਾ ਜੀ, ਇੱਕ ਵਾਰ ਕੋਸ਼ਿਸ਼ ਕੀਤੀ, ਆਪਣਾ ਖੰਜਰ ਲੈ ਕੇ ਗਿਆ, ਤਾਂ ਬਾਈ ਦਾ ਟਾਈਮ ਉਹਦੀ ਗਾਰਡ ਤਾਂ ਜੇਲ੍ਹ 'ਚ ਤਾਂ ਸੀਗਾ, ਪਰ ਸੀਗੇ ਵਾਲਾ ਉਹ ਵਾਪਸ ਆ ਗਿਆ ਜੀ। ਬਿੰਦੂਸਾਰਾ ਨੂੰ ਪਤਾ ਲੱਗ ਗਿਆ ਜੀ ਵੀ ਇਹ ਵੀ ਮੈਨੂੰ ਇਹ ਮਾਰੂਗਾ। ਬਿੰਦੂਸਾਰਾ ਨੇ ਇਹ ਸੋਚਿਆ ਜਾ ਕੇ ਜੀ ਵੀ ਸ਼ਾਸਤਰਾਂ ਦੇ ਵਿੱਚ ਇਹ ਲਿਖਿਆ ਆ ਵੀ ਜੇ ਕੋਈ ਪੁੱਤ ਆਪਣੇ ਪੇ ਨੂੰ ਮਾਰ ਦੇਵੇ ਤਾਂ ਉਹਦਾ 7 ਜਨਮ ਉਹਦੀ ਮੁਕਤੀ ਨਹੀਂ ਹੋ ਸਕਦੀ ਹੈ। ਵੀ ਜੇ ਇਹਨੇ ਮੈਨੂੰ ਮਾਰ ਦਿੱਤਾ, ਇਹ ਤਾਂ 7 ਜਨਮ ਕਰਲਾਉਣਾ ਰਹੋ, ਤੇ ਇਹ ਤਾਂ ਮਰ ਜਾਓ, ਇਹ ਤਾਂ ਮੁਕਤੀ ਨਹੀਂ ਹੋਣੀ ਕਦੇ ਜਾ ਕੇ ਇਸ ਬੰਦੇ ਦੀ। ਵੀ ਬੈਟਰ ਰਿਹਾ ਇਹ ਤਾਂ ਇਸ ਪਾਪ ਤੋਂ ਮੈਂ ਇਹਨੂੰ ਛੁਟਕਾਰਾ ਦਵਾਵਾਂ, ਕਿਤੇ ਇਹ ਤੋਂ ਇਹ ਗੁਨਾਹ ਨਾ ਹੋ ਜਾਵੇ। ਉਦੋਂ ਉਹ ਬਿੰਦੂਸਾਰਾ ਨੇ ਕੀ ਕੀਤਾ ਜੀ, ਆਪਣੇ ਗਾਰਡ ਨੂੰ ਕਿਹਾ ਵੀ ਮੈਨੂੰ ਜਿਹੜਾ ਹੈਗਾ ਚਾਹੀਦਾ, ਮੈਨੂੰ ਆਪਣਾ ਜਿਹੜਾ ਹੈਗਾ ਖੰਜਰ ਦੇ ਜੀ। ਖੰਜਰ ਲੈ ਕੇ ਉਹਨੂੰ ਆਪਣੇ ਆਪ ਨੂੰ ਮਾਰ ਕੇ ਉਹ ਮਰ ਗਿਆ ਜੀ। ਇਸ ਗੱਲ ਕਰਕੇ ਮਰ ਗਿਆ ਵੀ ਇਹ ਜਿਹੜਾ ਜੇਨ ਮੈਨੂੰ ਮਾਰ ਦਿੱਤਾ, ਤੇ ਇਹਨੂੰ 7 ਜਨਮ ਮੁਕਤ। ਇੱਥੇ ਤੱਕ ਜਾਂਦੇ ਹਾਂ ਅਸੀਂ ਆਪਣੇ ਬੱਚਿਆਂ ਦੇ ਲਈ ਜਾ ਕੇ। ਇੱਕ ਵਾਰੀ ਤੁਸੀਂ ਗੱਲ ਦੱਸੀ ਸੀ ਬਈ ਦੁਪਹਿਰਾ ਸਿਖਰ ਸੀ, ਧੁੱਪ ਬਹੁਤ ਪੈ ਰਹੀ ਸੀ, 40-45 ਡਿਗਰੀ ਤਾਪਮਾਨ ਸੀ, ਤਾਂ ਇੱਕ ਬਜ਼ੁਰਗ ਛੱਤ ਤੇ ਕੰਮ ਕਰਦਾ ਸੀ, ਕੋਈ ਕੰਮ। ਹਾਂਜੀ, ਮੋਗੇ ਦੀ ਗੱਲ ਹੈ ਜੀ, ਮੈਨੂੰ ਯਾਦ ਹੈ। ਤੁਸੀਂ ਇਹ ਸੱਚੀ ਗੱਲ ਦੱਸੀ ਸੀ। ਹਾਂ, ਮੋਗੇ ਦੀ ਗੱਲ ਮੈਨੂੰ ਯਾਦ ਹੈ। ਤੇ ਉਹ ਉਹਨੂੰ ਕਹਿੰਦਾ ਸੀ ਆ ਕੇ ਜਾ ਕੇ ਹੇਠਾਂ ਉਤਰਿਆ, ਗਰਮੀ ਬਹੁਤ ਆ, ਆਪ ਉਹਦੇ ਕੋਲ ਗਿਆ ਜਾ ਕੇ ਜੀ, ਉਤਰਿਆ। ਉਹ ਕਹਿੰਦਾ ਨਹੀਂ ਅੱਬਾ ਜਾ, 47 ਤੋਂ ਪਹਿਲਾਂ ਦੀ ਗੱਲ ਹੈ, ਅੱਬਾ ਜਾ ਕੋਈ ਗੱਲ ਨਹੀਂ, ਆ ਕੰਮ ਮੁਕਾ ਕੇ ਮੈਂ ਆਉਣਾ। ਉਹ ਫੇਕ ਦੋ ਤੇ ਉਹ ਬਾਪ ਤੋਂ ਟਿਕਣਾ ਹੋਵੇ ਵੀ ਇੰਨੀ ਗਰਮੀ ਵਿੱਚ ਇਹ ਮਰ ਜਾਊ ਕਿਤੇ ਜੀ। ਜਦੋਂ ਨਾ ਆਇਆ ਤਾਂ ਬਾਪ ਨੇ ਫਿਰ ਕੀ ਕੀਤਾ ਜੀ, ਉਹ ਜਿਹੜਾ ਉਹਦਾ ਪੋਤਾ ਸੀ ਨਾ, ਉਹਨੂੰ ਨਾਲ ਲੈ ਆਇਆ। ਉਹਨੂੰ ਨਾਲ ਲਿਆ ਕੇ ਕਹਿੰਦਾ ਉਤਰਿਆ, ਤਾਂ ਉਹ ਉੱਪਰੋਂ ਹੀ ਛੱਤ ਦਿਓ ਬੋਲਿਆ, ਅੱਬਾ ਇਹਨੂੰ ਲੈ ਜਾ, ਕਹਿੰਦਾ ਇਹਨੂੰ ਧੁੱਪ ਬਹੁਤ ਹੈ ਵਿੱਚ, ਪੈਰ ਮੱਚ ਜਾਣਗੇ, ਇਹਨੂੰ ਮੱਚ। ਉਹ ਫਿਰ ਕਹਿੰਦਾ ਵੀ ਜਿੱਦਾਂ ਤੈਨੂੰ ਇਹ ਆ ਵੀ ਮੈਨੂੰ ਵੀ ਇਹ ਇੱਦਾਂ ਹੀ ਹੈਗਾ। ਤੁਹਾਨੂੰ ਇੱਕ ਮੈਂ ਹੋਰ ਗੱਲ ਦੱਸਦਾ ਗੱਲ, ਕਿਉਂਕਿ ਅਸੀਂ ਕਰਦੇ ਬਹੁਤ ਬਹੁਤ ਕਰਦੇ ਹਾਂ ਵੀ ਜਾ ਕੇ ਨਿਆਣਿਆਂ ਲਈ ਕਰ ਲਿਓ, ਜਾ ਕੇ ਇਹਨਾਂ ਲਈ ਕੁਛ ਕਰ ਲਓ ਜਾ ਕੇ। ਇਹ ਜਿਹੜੇ ਹੈਗੇ ਇੱਕ ਅਸੀਂ ਇਹ ਬਣਾਇਆ, ਇਹ ਤਾਂ ਸਾਡੇ ਨਾਲ ਲੈ ਕੇ ਨਿਕਲਣੇ, ਇਹਨਾਂ ਤੋਂ ਕੁਛ ਹੋਣਾ ਨਹੀਂ ਹੈ, ਅਸੀਂ ਇਹਨਾਂ ਲਈ ਕਰ ਜਾਈਏ ਕੁਛ ਨਾ ਕੁਛ, ਇਹਨਾਂ ਦਾ ਬਣਾ ਦੇਈਏ, ਕੁਛ ਇਹਨਾਂ ਦਾ ਬਣਾ ਜਾਈਏ। ਇੱਥੇ ਇੱਕ ਵਾਰ ਕੇਸ ਆਇਆ ਜੀ, ਇੱਕ ਉਹਨੇ ਆਪਣੇ ਮਾਂ ਪਿਓ ਕੁੱਟੇ ਜੀ। ਅੱਛਾ। ਹੁਣ ਮਾਂ ਪਿਓ ਕੁੱਟੇ ਤਾਂ ਪੁਲਿਸ ਨੇ ਫੜ ਲਿਆ ਜੀ, 911 ਕਰਤਾ ਕਿਸੇ ਬੱਚੇ ਨੇ ਘਰ ਦੇ ਵਿੱਚ, ਤਾਂ ਉਹਨੂੰ ਲੈ ਆਏ। ਉਹ ਲੈ ਤਾਂ ਉਹ ਦੂਜੇ ਦਿਨ ਜੀ ਉਹੀ ਮਾਂ ਬਾਪ ਵਕੀਲ ਲੈ ਕੇ ਆਏ ਉਹਦੀ ਜ਼ਮਾਨਤ ਕਰਾਉਣ। ਮੈਂ ਇੰਟਰਪ੍ਰੇਟਰ ਸੀ ਉੱਥੇ ਜੀ, ਉਹਦੀ ਜ਼ਮਾਨਤ ਕਰਾਉਣ ਲੈ ਆਏ। ਅੱਛਾ, ਮੇਰਾ ਕੰਮ ਤਾਂ ਨਹੀਂ, ਪਰ ਉਹ ਜਿਹੜੀ ਉਹਦੀ ਮਾਂ ਸੀ ਉਹ ਮੇਰੇ ਕੋਲ ਆ ਕੇ ਆਪੇ ਗੱਲਾਂ ਕਰਨ ਲੱਗ ਪਈ। ਮੈਂ ਨਹੀਂ ਉਹਨਾਂ ਗੱਲ ਕੀਤੀ, ਉਹ ਆਪੇ ਗੱਲਾਂ ਕਰਨ ਲੱਗ ਪਈ। ਉਹ ਕਹਿੰਦੀ ਬਸ ਉਹ ਤਾਂ ਐਵੇਂ ਹੋ ਗਈ ਗੱਲ ਤਾਂ ਇਹ ਥੋੜ੍ਹਾ ਜਿਹਾ ਗੁੱਸੇਖੋਰ ਆ, ਉੱਦਾਂ ਇਹ ਦਿਲ ਦਾ ਬਹੁਤ ਚੰਗਾ ਆ, ਦਿਲ ਦਾ ਬਹੁਤ ਚੰਗਾ, ਥੋੜ੍ਹਾ ਜਿਹਾ ਗੁੱਸੇਖੋਰ ਹੈਗਾ ਆ, ਅਤੇ ਉੱਦਾਂ ਕਹਿੰਦੀ ਬਹੁਤ ਆ। ਸਾਨੂੰ ਕਿਸੇ ਨੇ ਦੱਸਿਆ ਵੀ ਜਦ ਇਹਨੂੰ ਪੁਲਿਸ ਫੜ ਕੇ ਲੈ ਆਈ ਥਾਣੇ ਜਾ ਕੇ, ਤਾਂ ਇਹ ਰੋਂਦਾ ਸੀਗਾ, ਇਹ ਰੋਂਦਾ ਸੀ, ਕਹਿੰਦਾ ਮੇਰੇ ਤੋਂ ਮਾਂ ਘੁੱਟ ਹੋ ਗਈ, ਤਾਂ ਰੋਂਦਾ ਸੀ, ਕਹਿੰਦਾ ਜਾ ਕੇ। ਇਹ ਜਿਹੜਾ ਹੈਗਾ ਇਹ ਦਿਲ ਦਾ ਮਾੜਾ, ਇਹਦੀ ਸੰਗਤ ਮਾੜੀ ਆ,
ਇਹਦੀ ਸੰਗਤ ਮਾੜੀ ਆ, ਉਹ ਇਹਨੂੰ ਖਰਾਬ ਕਰਦੇ ਆ। ਇਹ ਤਾਂ ਬਹੁਤ ਚੰਗਾ ਹੈਗਾ ਜਾ ਕੇ। ਅੱਛਾ, ਮੈਂ ਸੋਚਦਾ ਸੀ ਵੀ ਮੈਨੂੰ ਅੱਜ ਤੱਕ ਕੋਈ ਪੇਰੈਂਟਸ ਇੱਦਾਂ ਨਹੀਂ ਮਿਲਿਆ ਵੀ ਸਾਡਾ ਮੁੰਡਾ ਦੂਜਿਆਂ ਨੂੰ ਖਰਾਬ ਕਰਦਾ। ਸੰਗਤ ਹੀ ਖਰਾਬ ਕਰਦੀ। ਸੰਗਤ ਖਰਾਬ ਕਰਦੀ ਹੈ, ਸਾਡਾ ਮੁੰਡਾ ਨਹੀਂ ਕਦੇ ਕਿਸੇ ਨੂੰ ਖਰਾਬ ਕਰਦਾ ਹੈਗਾ ਜਾ ਕੇ। ਅਸੀਂ ਸੰਗਤ ਖਰਾਬ ਕਰਦੀ ਹੈ ਜਾ ਕੇ। ਤੋ ਉਹ ਰਿਸ਼ਤਾ ਇੰਨਾ ਗੂੜਾ ਹੋਣ ਕਰਕੇ ਜਿਹੜਾ ਹੈਗਾ ਹੈ ਜੀ, ਅਸੀਂ ਇੱਕ ਤਾਂ ਸਿੰਘ ਸਾਹਿਬ ਇੱਕ ਗੱਲ ਆ ਵੀ ਇਹ ਰਿਸ਼ਤਾ ਟੁੱਟ ਨਹੀਂ ਸਕਦਾ। ਰੌਲਾ ਇਸ ਗੱਲ ਦਾ ਹੈ ਵੀ ਤੁਸੀਂ ਕੁਛ ਵੀ ਹੋ ਜਾ, ਜੋ ਮਰਜ਼ੀ ਕਰ ਲੈਣ, ਤੁਸੀਂ ਉਹਨਾਂ ਦਾ ਸਾਥ ਨਹੀਂ ਛੱਡਣਾ ਹੈ। ਇਹ ਬਾਈ ਚੁਆਇਸ ਨਹੀਂ ਨਾ ਜੀ, ਇਹ ਬਾਈ ਚੁਆਇਸ ਨਹੀਂ ਹੈ ਜਾ ਕੇ ਜੀ। ਔਰ ਫੇਰ ਵੀ ਤੁਸੀਂ ਉਹਦਾ ਸਾਥ ਹੀ ਨਹੀਂ ਛੱਡਣਾ ਹੈ ਜਾ ਕੇ। ਉਹ ਜੋ ਮਰਜ਼ੀ ਕਰ ਲੈਣ, ਮਾੜਾ ਕਰਨ ਚੰਗਾ ਕਰਨ, ਜਾ ਕੇ ਤੁਸੀਂ ਉਹਨਾਂ ਨੂੰ ਡਿਫੈਂਡ ਹੀ ਕਰਨਾ ਜਾ ਕੇ ਹਰ ਹਾਲਤ ਵਿੱਚ ਚੰਗਾ ਕਰਨਾ। ਤੇ ਔਖੇ ਮੌਕੇ ਵੀ ਕਰਨਾ, ਸੌਖੇ ਮੌਕੇ ਵੀ ਕਰਨਾ। ਮੈਨੂੰ ਪਤਾ ਹੀ ਆ, ਛੋਟੇ ਜਿਹੇ ਪਿੰਡ 'ਚ ਉਹ ਮੇਰੇ ਬਾਬੇ ਹੁਣੀ ਕਹਿੰਦੇ ਆ ਕਿ ਉਹ ਉਹਨਾਂ ਮੁੰਡਿਆਂ ਨਾਲ ਲੜ ਪਿਆ, ਮੁੰਡਿਆਂ ਨੇ ਆਖੇ ਬਹੁਤ ਉਹਨਾਂ ਵੱਧ ਘੱਟ ਕੀਤੀ, ਧੱਕੇ ਧੁੱਕੇ ਵੀ ਮਾਰੇ, ਉਹ ਛੱਡ ਕੇ ਚਲੇ ਗਿਆ। ਉਹ ਕਹਿੰਦਾ ਮੈਂ ਡੇਰੇ 'ਚ ਬਹਿ ਜਾਣਾ, ਜ਼ਮੀਨ ਡੇਰੇ ਦੇ ਨਾਲ ਲਵਾ ਦੇਣੀ ਆ। ਜ਼ਮੀਨ ਡੇਰੇ ਦੇ ਨਾਲ ਲਵਾ ਦੇਣੀ। ਤਾਂ ਉਹ ਡੇਰੇ 'ਚ ਆ ਕੇ ਬੈਠ ਗਿਆ। ਸਾਧ ਨੂੰ ਜਾ ਕੇ ਕਹਿੰਦਾ ਡੇਰੇ ਸਾਧ ਨੂੰ ਵੀ ਮੈਂ ਆ ਜਾਣਾ, ਜ਼ਮੀਨ ਲਵਾ ਦੇਣੀ ਆ। ਉਹ ਕਹਿੰਦਾ ਬੈਠੋ, ਆ ਜਾ, ਕਹਿੰਦਾ ਇੱਥੇ ਆ ਜਾ, ਆਰਾਮ ਨਾਲ ਇੱਥੇ ਬੈਠ, ਲੰਗਰ ਛਕ, ਕਿਤੇ ਜਾਣ ਦੀ ਲੋੜ ਨਹੀਂ ਹੈ। ਜਿਹੜਾ ਡੇਰੇ ਦਾ ਇੰਚਾਰਜ ਸੀਗਾ, ਬੜਾ ਸਾਧ ਸੀਗਾ, ਤੇ ਤੂੰ ਇੱਥੇ ਬੈਠ, ਕਿਤੇ ਜਾਣ ਦੀ ਲੋੜ ਨਹੀਂ ਹੈ, ਲੰਗਰ ਛਕ ਜਾ ਕੇ, ਸਭ ਕੁਛ ਹੈ ਤੇਰੇ ਲਈ ਇੱਥੇ। ਉਹਦੇ ਮਨ 'ਚ ਇਹ ਵੀ ਹੋਣਾ ਵੀ ਲਵਾਏ ਦੇਵੇ ਕਿਤੇ ਵੀ, ਠੀਕ ਹੈ। ਅੱਛਾ, ਉਹ 2-3 ਦਿਨ ਬੈਠਾ, 2-3 ਦਿਨ ਹੀ ਉਹਦਾ ਮੁੰਡਾ ਆ ਗਿਆ ਬੜਾ, ਵੀ ਬਾਪੂ ਘਰ ਚੱਲ। ਤੇ ਉਹ ਜਿਹੜਾ ਸਾਧ ਸੀਗਾ ਡੇਰੇ ਵਾਲਾ ਜੀ, ਉਹ ਕਹਿੰਦਾ ਇੰਨੀ ਜਾਣਾ ਹੈਗਾ, ਇਹਨੇ ਇੱਥੇ ਹੀ ਰਹਿਣਾ। ਤਾਂ ਉਹ ਬਾਪੂ ਬੋਲਿਆ ਮੇਰਾ ਕੋਈ ਹੈਗਾ ਤਾਂ ਮੈਨੂੰ ਲੈਣ ਆਇਆ, ਤੈਨੂੰ ਨਾ ਲੈਣ ਆ ਗਿਆ ਕੋਈ, ਚੱਲ ਪੁੱਤ ਚੱਲੀਏ। ਸੋ ਜਿਹੜੀਆਂ ਸਾਡੀਆਂ ਐਕਸਪੈਕਟੇਸ਼ਨਸ ਵੀ ਉਨੀਆਂ ਹੀ ਆ। ਹਾਂਜੀ, ਸੋ ਇਹ ਚਾਹੇ ਤੁਸੀਂ ਜਿੱਦਾਂ ਮਰਜ਼ੀ ਕਰ ਲਓ, ਇਹ ਇੱਦਾਂ ਰਿਸ਼ਤਾ ਜਿਹੜਾ ਹੈਗਾ ਇਹ ਟੁੱਟਦਾ ਨਹੀਂ ਹੈ ਜੀ। ਐਕਸਪੈਕਟੇਸ਼ਨਾਂ ਸਾਡੀਆਂ ਬਹੁਤ ਆ। ਹੁਣ ਮੈਂ ਇੱਥੇ ਆਉਣਾ ਜਾ ਕੇ, ਸਾਡੀਆਂ ਐਕਸਪੈਕਟੇਸ਼ਨਾਂ ਕਿਉਂ ਜ਼ਿਆਦਾ ਹੈ ਜੀ? ਸਾਡੀਆਂ ਐਕਸਪੈਕਟੇਸ਼ਨ ਇੱਕ ਤਾਂ ਇਸ ਕਰਕੇ ਜ਼ਿਆਦਾ ਹੈ ਜੀ, ਅਸੀਂ ਇਨਸਿਕਿਉਰਿਟੀ ਦੇ ਵਿੱਚ ਪਲੇ ਹਾਂ। ਕਿਉਂਕਿ ਆਪਣਾ ਪ੍ਰੋਗਰਾਮ, ਖਾਸ ਤੌਰ 'ਤੇ ਮੇਰਾ ਪ੍ਰੋਗਰਾਮ ਹੈ, ਉਹੀ ਬੰਦੇ ਸੁਣਦੇ ਆ ਜਿਹੜੇ ਇੰਡੀਆ 'ਚੋਂ ਰੇਜ਼ ਹੋ ਕੇ ਆਏ ਆ, ਜਿਨ੍ਹਾਂ ਨੂੰ ਇੰਡੀਆ ਦੀ ਵੈਲਿਊਜ਼ ਦਾ ਪਤਾ ਹੈਗਾ, ਪੰਜਾਬੀ ਚੰਗੀ ਤਰ੍ਹਾਂ ਸਮਝਦੇ ਹੈਗੇ। ਅਸੀਂ ਸਾਡੇ ਮਨ ਦੇ ਵਿੱਚ ਇਨਸਿਕਿਉਰਿਟੀ ਬਹੁਤ ਰਹਿੰਦੀ ਹੈ ਜਾ ਕੇ ਜੀ, ਕਿਉਂਕਿ ਕੋਈ ਸਾਧਨ ਤਾਂ ਹੈ ਨਹੀਂ ਹੈ ਜਿਹੜਾ ਸਾਨੂੰ ਸਿਕਿਉਰਿਟੀ ਦੇਵੇ ਜੀ। ਸੋ ਸਾਡੇ ਚਿੱਤ 'ਚ ਇਹੀ ਰਹਿੰਦਾ ਵੀ ਕੋਈ ਇਹ ਕੁਛ ਖਰਾਬ ਹੋ ਜਾਣਾ ਕੰਮ, ਕੁਛ ਨਾ ਕੁਛ ਜਿਹੜਾ ਹੈਗਾ ਖਰਾਬ ਨਾ ਹੋ ਜਾਵੇ ਕਿਤੇ, ਖਰਾਬ ਨਾ ਹੋ ਜਾਵੇ, ਇਹਨਾਂ ਦਾ ਕੁਛ ਕਰ ਦੇਈਏ ਜਾ ਕੇ। ਅੱਛਾ, ਉਹ ਇਨਸਿਕਿਉਰਿਟੀ ਜੀਣ ਦੇ ਨਾਲ ਇੱਥੇ ਕੰਟਰਡਿਕਸ਼ਨ ਪੈਦਾ ਹੋ ਜਾਂਦੀ ਆ ਕੇ। ਅੱਛਾ, ਉਹ ਜਿਸ ਵੇਲੇ ਅਸੀਂ ਕਰਦੇ ਬਹੁਤ ਉਹਨਾਂ ਦਾ, ਫਿਰ ਅਸੀਂ ਐਕਸਪੈਕਟ ਬਹੁਤ ਕਰਦੇ ਹਾਂ। ਕਿਉਂਕਿ ਅਸੀਂ ਮੈਂ ਇਹਦੇ ਲਈ ਆਹ ਕੀਤਾ, ਮੈਂ ਇਹਦੇ ਲਈ ਆਹ ਕੀਤਾ, ਮੈਂ ਜੀ ਇਹਦੇ, ਉਹ ਫਿਰ ਅਸੀਂ ਸਾਡੀਆਂ ਐਕਸਪੈਕਟੇਸ਼ਨ ਬਹੁਤ ਆ। ਔਰ ਐਕਸਪੈਕਟੇਸ਼ਨਾਂ ਜਿਹੜੀਆਂ ਹੈਗੀਆਂ, ਉਹ ਅਸੀਂ ਜਦ ਬੱਚਾ ਜਨਮ ਲੈਂਦਾ ਉਤੋਂ ਹੀ ਸ਼ੁਰੂ ਕਰ ਦਿੰਦੇ ਹਾਂ। ਇਹ ਮੇਰਾ ਪੁੱਤ ਆਹ ਬਣੂਗਾ ਬੜਾ ਹੋ ਕੇ, ਮੇਰਾ ਪੁੱਤ ਬੜਾ ਹੋ ਕੇ ਆਹ ਬਣੂਗਾ ਜਾ ਕੇ। ਫਿਰ ਆਸਾਂ ਰੱਖ ਲੈਂਦੇ ਆ ਜੀ ਉਹਦੇ ਉੱਤੇ ਜਾ ਕੇ, ਅਸੀਂ ਇਹਨੂੰ ਐਂ ਕਰਾਂਗੇ, ਅਸੀਂ ਇਹਨੂੰ ਐਂ ਕਰਾਂਗੇ, ਮੈਨੂੰ ਇਹ ਬਣਾਊਗਾ। ਖੈਰ, ਉਹ ਜਿਸ ਵੇਲੇ ਸਿੰਘ ਸਾਹਿਬ ਉੱਥੋਂ ਉਹ ਐਕਸਪੈਕਟੇਸ਼ਨ ਅਸੀਂ ਲੈ ਕੇ ਆਉਂਦੇ ਹਾਂ ਜਾ ਕੇ ਵੀ ਇਹਨੀ ਸਾਡੇ ਲਈ ਇੱਦਾਂ ਕਰਨਾ। ਹੁਣ ਇੱਥੇ ਜਿਹੜਾ ਬੱਚਾ ਪੈਦਾ ਹੁੰਦਾ ਜੀ, ਹੁਣ ਜਿਹੜਾ ਇੱਥੇ ਰੇਜ਼ ਹੁੰਦਾ, ਉਹ ਇਨਸਿਕਿਉਰਿਟੀ 'ਚ ਨਹੀਂ ਰੇਜ਼ ਹੁੰਦਾ। ਉਹਨੂੰ ਪਤਾ ਵੀ ਮੈਂ ਤਾਂ ਸਿਕਿਉਰ ਨਹੀਂ ਹਾਂ। ਇੱਥੇ ਤਾਂ ਬੁੱਢਾ ਹੋਵਾਂ ਮੈਂ ਪੈਨਸ਼ਨ ਮਿਲ ਜਾਣੀ ਆ, ਨਾ ਵੀ ਕੰਮ ਕਰੀਏ ਤਾਂ ਗੌਰਮੈਂਟ ਵੈਲਫੇਅਰ ਦਿੰਦੀ ਰਹਿੰਦੀ ਹੈ, ਇਲਾਜ ਮੇਰਾ ਫ੍ਰੀ ਹੁੰਦਾ। ਇੱਥੇ ਤਾਂ ਕੀ ਲੋੜ ਹੈ, ਖਾਣ ਪੀਣ ਜੋਗਾ ਗੌਰਮੈਂਟ ਉੱਦਾਂ ਦੇ ਦਿੰਦੀ ਹੈ। ਜੇ ਕਹਿੰਦੇ ਨਹੀਂ ਵੀ ਅਸੀਂ ਕੰਮ ਕਰਨਾ, ਉਹ ਕਹਿੰਦੇ ਨਹੀਂ ਕੰਮ ਕਰਨਾ, ਕੋਈ ਨਹੀਂ, ਫਿਰ ਵੈਲਫੇਅਰ ਲਓ ਜਾ ਕੇ ਜਿਹੜਾ ਹੈਗਾ ਆ। ਉਹਨੂੰ ਇਨਸਿਕਿਉਰਿਟੀ ਦਾ ਨਹੀਂ ਪਤਾ, ਉਹਨੂੰ ਇਹ ਨਹੀਂ ਪਤਾ ਵੀ ਇਹ ਵੀ ਹੋ ਸਕਦਾ ਕਿਸੇ ਸਮੇਂ ਵੀ ਰੋਟੀ ਨਾ ਖਾਣ ਨੂੰ ਮਿਲੇ। ਉਹਦੇ ਇਮੈਜੀਨੇਸ਼ਨ 'ਚ ਨਹੀਂ ਆਉਂਦੀ ਵੀ ਕੋਈ ਸਿਚੁਏਸ਼ਨ ਇੱਦਾਂ ਦੀ ਵੀ ਬਣ ਸਕਦੀ ਹੈ ਵੀ ਮੈਨੂੰ ਕੱਪੜਾ ਪਾਉਣ ਨੂੰ ਨਾ ਮਿਲੇ। ਉਹਨੂੰ ਤਾਂ ਪਤਾ ਹੀ ਨਹੀਂ ਹੈ। ਹਾਂਜੀ, ਉਹ ਸਮਝਦੇ ਆ ਵੀ ਉਹ ਉੱਦਾਂ ਦੇ ਮਾਹੌਲ ਦੇ ਵਿੱਚ ਪੜਿਆ, ਉਹ ਉੱਦਾਂ ਦੇ ਮਾਹੌਲ ਦੇ ਵਿੱਚ ਪੜਿਆ। ਹੁਣ ਉਹ ਆਸ ਰੱਖਦੇ ਆ ਜੀ ਵੀ ਫਿਰ ਸਾਨੂੰ ਜਿਹੜਾ ਜਾ ਕੇ ਸਾਡੀ ਓਲਡ ਏਜ 'ਚ ਇੱਦਾਂ ਮਦਦ ਕਰੂਗਾ। ਉਹ ਸਮਝਦਾ ਓਲਡ ਏਜ 'ਚ ਮਦਦ ਕਰਨ ਦੀ ਕੀ ਲੋੜ ਆ, ਓਲਡ ਏਜ ਦਾ ਪੈਨਸ਼ਨ ਮਿਲ ਜਾਣੀ ਹੈ। ਪਰ ਜੇ ਮੈਂ ਪੱਛਮੀ ਮਾਪਿਆਂ ਨਾਲ ਜਾਂ ਯੂਰਪੀਅਨ ਨਾਰਥ ਅਮਰੀਕਨ ਮਾਪਿਆਂ ਨਾਲ, ਗੋਰੇ ਮੇਨ ਸਟਰੀਮ ਦੇ ਮਾਪਿਆਂ ਨਾਲ ਕੰਪੇਅਰ ਕਰਕੇ ਦੇਖਦਾ ਪਿਆ ਸਾਹਿਬ, ਸ਼ਾਇਦ ਇਸੇ ਕਰਕੇ ਹੀ ਜਿਹੜੀ ਐਕਸਪੈਕਟੇਸ਼ਨਸ ਨੇ ਉਹ ਇੰਨੀਆਂ ਜ਼ਿਆਦਾ ਹੁੰਦੀਆਂ, ਬੱਚੇ ਨੂੰ ਪਤਾ ਲੱਗ ਜਾਂਦਾ ਕਿ ਮੇਰੇ ਤੋਂ ਐਕਸਪੈਕਟੇਸ਼ਨਸ ਬਹੁਤ ਨੇ। ਔਰ ਫਿਰ ਉਸੇ ਦਾਇਰੇ ਦੇ ਵਿੱਚ ਨਾ, ਚਲੋ ਸਾਰੀਆਂ ਤਾਂ ਨਹੀਂ, ਪਰ ਸਾਡੇ ਬੱਚੇ ਆ ਜਿਹੜੇ ਉਹ ਕਾਫੀ ਹੱਦ ਤੱਕ ਗੋਰਿਆਂ ਦੇ ਬੱਚਿਆਂ ਨਾਲੋਂ ਉਹ ਐਕਸਪੈਕਟੇਸ਼ਨ ਪੂਰੀ ਕਰਨ ਦੀ ਕੋਸ਼ਿਸ਼ ਕਰਦੇ, ਭਾਵੇਂ ਉਹ ਇਨਸਿਕਿਉਰਿਟੀ 'ਚ ਨਹੀਂ। ਇਕੱਲੀ ਇਨਸਿਕਿਉਰਿਟੀ ਦਾ ਚੱਕਰ ਨਹੀਂ ਗਾ ਪਰ ਸਾਹਿਬ, ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਨਾ ਬੱਚਿਆਂ ਨੂੰ ਕਿ ਮੇਰੇ ਤੋਂ ਆਹ ਉਮੀਦਾਂ ਰੱਖੀਆਂ ਜਾ ਰਹੀਆਂ ਨੇ, ਅਤੇ ਫਿਰ ਚਲੋ ਜੇ 50% ਵੀ ਉਹ ਪੂਰੀਆਂ ਕਰਦਾ, ਉਹ ਤਾਂ ਵੀ ਪੱਛਮ 'ਚ ਪਲੇ ਹੋਏ ਜਿਹੜੇ ਸਿਕਿਉਰ ਬੱਚਿਆਂ ਦੀ ਤੁਸੀਂ ਗੱਲ ਕਰਦੇ ਹੋ, ਉਹਨਾਂ ਨੂੰ ਕਿਤੇ ਵਧੀਆ ਨੇ। ਆਈ ਐਗਰੀ।
ਆਈ ਐਗਰੀ ਜੀ। ਹੁਣ ਮੈਂ ਤੁਹਾਨੂੰ ਦੱਸਦਾ ਜਾ ਕੇ ਕੀ ਗੱਲ ਹੈ ਜੀ। ਉਹਦੇ ਵਿੱਚ ਇੱਕ ਤਾਂ ਪਹਿਲਾਂ ਜਿਹੜੀ ਆਪਾਂ ਗੱਲ ਕਰਦੇ ਹਾਂ, ਇਹ ਸਾਰਿਆਂ ਨੂੰ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਵੀ ਇਹ ਸਾਰੇ ਨਾ ਸਮਝੋ ਵੀ ਸਾਰਿਆਂ 'ਤੇ ਲਾਗੂ ਹੁੰਦੀ ਹੈ, ਠੀਕ ਹੈ ਨਾ। ਹਰ ਫੈਮਿਲੀ ਦਾ, ਹਰ ਬੱਚਿਆਂ ਦਾ, ਹਰ ਪੇਰੈਂਟਸ ਦਾ ਅਲੱਗ ਅਲੱਗ ਉਹਨਾਂ ਦੇ ਰਿਸ਼ਤੇ ਆ, ਆਪਣੇ ਆਪਣੇ ਰਿਸ਼ਤੇ ਨਹੀਂ ਬਣਾਏ ਹੋਏ। ਹੁਣ ਜਿਹੜੀ ਤੁਸੀਂ ਗੱਲ ਠੀਕ ਹੀ ਆ ਕਹੀ ਆ, ਇਹ ਕਾਫੀ ਹੱਦ ਤੱਕ ਠੀਕ ਆ, ਕਿਉਂਕਿ ਉਹ ਜਿਹੜੇ ਉਹ ਉਨੇ ਨਹੀਂ ਕਰਦੇ ਜਿੰਨੇ ਇੰਡੀਆ ਵਾਲੇ। ਹੁਣ ਜਿਹੜੇ ਉਹਨਾਂ ਦੇ ਬੱਚੇ ਗਾਹਾਂ ਆਉਣੇ ਆ, ਉਹਨੇ ਫਿਰ ਹੋਰ ਘੱਟ ਜਾਣਾ, ਕਿਉਂਕਿ ਅਜੇ ਉਹਨਾਂ 'ਤੇ ਅਸਰ ਰਹਿੰਦਾ। ਅਜੇ ਉਹਨਾਂ 'ਤੇ ਅਸਰ ਹੈ ਨਾ, ਕਿਉਂਕਿ ਪਹਿਲੀ ਪੀੜ੍ਹੀ ਆ, ਰੋਜ਼ ਘਰ 'ਚ ਗੱਲਾਂ ਸੁਣਦੇ ਆ, ਉਹ ਕਰਦੇ ਆ। ਤੁਹਾਡੀ ਗੱਲ ਠੀਕ ਹੈ, ਪਾਰਸ਼ਲੀ ਠੀਕ ਹੈ। ਅਗਲੀ ਪੀੜ੍ਹੀ ਨੇ ਹੋਰ ਘੱਟ ਜਾਣਾ, ਉਹ ਤੋਂ ਅਗਲੀ ਨੇ ਹੋਰ ਘੱਟ ਜਾਣਾ ਜਾ ਕੇ। ਇਵੈਂਚੁਅਲੀ ਫਿਰ ਜਿਹੜਾ ਹੈਗਾ ਇੱਥੇ ਉਸੇ ਲੈਵਲ ਦੇ ਉੱਤੇ ਆ ਜਾਣਾ। ਜਿਹੜੀਆਂ ਫੈਮਲੀਆਂ ਕਾਫੀ ਪਹਿਲਾਂ ਆਈਆਂ ਆ, ਉਹਨਾਂ ਨਾਲ ਆਹ ਬੀਤੀ ਹੋਈ ਹੈ ਗੱਲ ਜਾ ਕੇ ਵੀ ਉਹਨਾਂ ਦੇ ਬਿਲਕੁਲ ਹਟ ਜਾਂਦੇ ਆ। ਹੁਣ ਨਾ ਜੀ ਸਾਹਿਬ, ਹਾਂਜੀ ਸ਼ਾਇਦ ਤੁਸੀਂ ਵੀ ਪੜ੍ਹਦੇ ਰਹੇ ਹੋ, ਟੈਡ ਰੋਜਰਸ ਨੇ ਰੋਜਰਸ ਨਾਂ ਦੀ ਬਹੁਤ ਵੱਡੀ ਕੰਪਨੀ ਬਣਾ ਲਈ, ਔਰ ਜਿਹੜੀ ਟੈਲੀਕਮਿਊਨੀਕੇਸ਼ਨ ਦੀ ਜਾਇੰਟ ਕੰਪਨੀ ਆ। ਹੁਣ ਰੀਸੈਂਟਲੀ ਟੈਡ ਰੋਜਰਸ ਤਾਂ ਗੁਜ਼ਰ ਗਿਆ, ਔਰ ਉਹਨਾਂ ਦਾ ਜਿਹੜਾ ਪੁੱਤਰ ਹੈ, ਉਹਦੀਆਂ ਅਖਬਾਰਾਂ ਦੇ ਵਿੱਚ ਹੁਣ ਖਬਰਾਂ ਆ ਰਹੀਆਂ ਨੇ, ਉਸ ਨੂੰ ਚੇਅਰ ਬਣਾਇਆ ਹੋਇਆ ਸੀ, ਉਹਨੂੰ ਚੇਅਰ ਤੋਂ ਲਾ ਦਿੱਤਾ। ਫਿਰ ਅੱਜ ਉਹਨੇ 5 ਮੈਂਬਰ ਹੋਰ ਫਾਇਰ ਕਰ ਦਿੱਤੇ, ਫੈਮਿਲੀ ਫਿਊਡ ਕਰਕੇ। ਔਰ ਇੰਨਾ ਘਸਮਾਨ ਪਿਆ ਹੋਇਆ ਉਸ ਫੈਮਿਲੀ ਦੇ ਵਿੱਚ। ਜਿਹੜੀ ਐਕਸਪੈਕਟੇਸ਼ਨਸ ਟੈਡ ਰੋਜਰਸ ਦੀਆਂ ਸੀ ਇੱਕ ਜ਼ਮਾਨੇ ਦੇ ਵਿੱਚ ਆਪਣੇ ਪੁੱਤਰਾਂ ਤੋਂ, ਆਪਣੇ ਬੱਚਿਆਂ ਤੋਂ, ਉਹ ਤਾਂ ਕਿਤੇ ਨੇੜੇ ਤੇੜੇ ਵੀ ਨਹੀਂ ਪੂਰੀਆਂ ਹੋ ਰਹੀਆਂ। ਸਗੋਂ ਟੈਡ ਰੋਜਰਸ ਨੇ ਇੱਕ ਆਪਣੇ ਮੁਸਲਮਾਨ ਉੱਚ ਅਧਿਕਾਰੀ ਰੱਖਿਆ ਸੀ, ਮੁੰਡਾ ਇਸਲਾਮਿਕ ਧਰਮ ਨਾਲ ਸੰਬੰਧਿਤ ਸੀ, ਉਹਨੂੰ ਅਖਤਿਆਰ ਦੇ ਗਿਆ ਸੀ। ਸ਼ਾਇਦ ਇਸੇ ਕਰਕੇ, ਕਿਉਂਕਿ ਉਹਨੇ ਪਹਿਲਾਂ ਭਾਂਪ ਲਿਆ ਸੀ ਵੀ ਮੇਰੇ ਬੱਚੇ ਤੋਂ ਇਹ ਐਕਸਪੈਕਟੇਸ਼ਨਸ ਪੂਰੀਆਂ ਨਹੀਂ ਹੋਣੀਆਂ। ਹੁਣ ਜਿਹੜੇ ਉਹ ਰੋਜਰਸ ਦਾ ਪੁੱਤਰ ਆ, ਉਹ ਅੱਜ ਫਲਾਨੀ ਮੀਟਿੰਗ ਹੋ ਗਈ, ਅੱਜ ਉਹਨੂੰ ਲਾਤਾ, ਉਹਦੀ ਮਾਂ ਵੀ ਵਿੱਚ ਹੀ ਲੱਗੀ ਹੋਈ ਆ, ਭੈਣਾਂ ਭਾਈਆਂ ਦੇ ਵਿੱਚ ਦਫਾੜ ਪਿਆ ਹੋਇਆ। ਤੁਸੀਂ ਦੇਖ ਰਹੇ ਹੋ ਕਿ ਪੱਛਮੀ ਸੱਭਿਅਤਾ ਦੇ ਵਿੱਚ ਵੀ ਇਸ ਤਰ੍ਹਾਂ ਜਿਹੜੀ ਫੈਮਿਲੀ ਫਿਊਡਸ ਨੇ ਉਹ ਕਾਫੀ ਰੰਗ ਲਿਆ ਕੇ ਆ ਰਹੇ। ਜਨ ਸਾਹਿਬ, ਹਿਊਮਨ ਨੇਚਰ ਜਿਹੜੀ ਹੈ, ਹਿਊਮਨ ਨੇਚਰ ਤਾਂ ਦੇਖਿਆ ਹੈ ਤਾਂ ਸੇਮ ਹੀ ਜਾ ਕੇ ਜੀ। ਉਹ ਤਾਂ ਹਾਲਾਤ ਹੀ ਥੋੜ੍ਹਾ ਜਿਹਾ ਇੱਧਰ ਉੱਧਰ ਕਰ ਦਿੰਦੇ ਆ ਜੀ। ਹੁਣ ਜਿਹੜੀ ਆਪਾਂ ਗੱਲ ਕਰ ਰਹੇ ਸੀ, ਉਹਦੇ 'ਚ ਇੱਕ ਆ ਵੀ ਅਸੀਂ ਜਿਹੜੇ ਹੈਗੇ ਪ੍ਰੋਡਕਟ ਹੈਗੇ ਜੀ, ਅਸੀਂ ਹੈਗੇ ਆ ਫਾਰਮਿੰਗ ਲਾਈਫ ਦੇ ਪ੍ਰੋਡਕਟ। ਅਸੀਂ ਫਾਰਮਿੰਗ ਲਾਈਫ ਦੇ ਵਿੱਚ ਪਲ ਕੇ ਆਏ। ਹੁਣ ਫਾਰਮਿੰਗ ਲਾਈਫ 'ਚ ਕੀ ਹੁੰਦਾ? ਫਾਰਮਿੰਗ ਲਾਈਫ ਦੇ ਵਿੱਚ ਇੱਕ ਪ੍ਰਧਾਨ ਹੁੰਦਾ ਬੰਦਾ, ਇਕੋਨੋਮੀ ਇੱਕ ਦੇ ਹੱਥ ਵਿੱਚ ਆ, ਲਾਣੇਦਾਰ। ਉਹਦੇ ਕੋਲ ਆ ਜੀ, ਉਹਦੇ ਕੋਲ ਪੈਸੇ ਆ, ਉਹਨ ਜਿਹੜੇ ਆ ਪੁੱਤ ਨੂੰ ਵੀ ਦੇਣੇ, ਲੋੜ ਪਈ ਤਾਂ ਨੂੰਹ ਨੂੰ ਵੀ ਦੇਣੇ ਆ, ਪੋਤਿਆਂ ਨੂੰ ਵੀ ਦੇਣੇ ਆ, ਦੂਜਿਆਂ ਨੂੰ ਵੀ ਦੇਣਾ। ਉਹਦੇ ਕੋਲ ਇਕੋਨੋਮੀ ਆ ਸਾਰੀ, ਸਾਰਿਆਂ ਨੇ ਉਹਦੇ ਵੱਲ ਦੇਖਣਾ ਤੇ ਉਹਦੇ ਕੋਲ ਹੈਗਾ। ਜਿੰਨੀ ਦੇਰ ਤੱਕ ਉਹਦੇ ਕੋਲ ਫਿਜ਼ੀਕਲ ਸ਼ਕਤੀ ਹੈਗੀ ਕੰਟਰੋਲ ਕਰਨ ਦੀ, ਉਨੀ ਦੇਰ ਤੱਕ ਉਹਨੂੰ ਕੰਟਰੋਲ ਕਰਨਾ। ਜਦੋਂ ਉਹਦੀ ਫਿਜ਼ੀਕਲ ਸ਼ਕਤੀ ਘਟ ਗਈ, ਫਿਰ ਇਸ ਵੇਲੇ ਚੱਲ ਮੰਜੇ 'ਤੇ ਬੈਠ, ਠੀਕ ਹੈ ਨਾ। ਫਿਰ ਉਹਨੂੰ ਚੱਲ ਮੰਜਿਆ, ਫਿਰ ਜਿਹੜਾ ਦੂਜਾ ਹੋਣਾ ਫਿਰ ਉਹਨੂੰ ਲੈ ਲੈਣੀ ਹੈ। ਅਗਲਾ ਪੁੱਤ ਬੜਾ ਜਾਂ ਆਮ ਤੌਰ 'ਤੇ ਬੜਾ ਪੁੱਤੇ ਹੁੰਦਾ। ਉੱਥੇ ਫਿਰ ਜਿਹੜੇ ਪੈਸੇ ਆ ਸਿਰਫ ਇੱਕ ਬੰਦੇ ਕੋਲ ਆ। ਹੁਣ ਜਿਸ ਵੇਲੇ ਤੁਸੀਂ ਇੱਥੇ ਆਉਂਦੇ ਆ, ਇੱਥੇ ਇੱਦਾਂ ਨਹੀਂ ਹੈ। ਇੱਥੇ ਜਿਹੜੀ ਇਕੋਨੋਮੀ ਆ ਉਹ ਇੱਕ ਬੰਦੇ ਦੇ ਹੱਥ ਵਿੱਚ ਨਹੀਂ ਹੈ। ਇੱਥੇ ਜਿਹੜੀ ਇਕੋਨੋਮੀ ਆ, ਇੱਥੇ ਇਕੋਨੋਮੀ ਫਾਦਰ ਦੇ ਕੋਲ ਵੀ ਆ, ਮਦਰ ਦੇ ਕੋਲ ਵੀ ਆ। ਉਹਨੇ ਵੀ ਕਮਾਉਣਾ ਆ, ਉਹਨੇ ਵੀ ਕਮਾਉਣਾ ਆ, ਨੂੰਹ ਨੇ ਵੀ ਕਮਾਉਣਾ ਆ, ਪੁੱਤ ਨੇ ਵੀ ਕਮਾਉਣਾ, ਬਹੁਤੇ ਹਾਲਤਾਂ ਵਿੱਚ ਨਿਆਣਿਆਂ ਨੇ ਵੀ ਕਮਾਉਣਾ ਹਾਂ ਜਾ ਕੇ, ਠੀਕ ਹੈ ਨਾ। ਔਰ ਉਹਨਾਂ ਕੋਲ ਆਪਣੇ ਆਪਣੇ ਪੈਸੇ ਆ। ਹੁਣ ਤੁਸੀਂ ਇਹ ਆਸ ਨਾ ਰੱਖੋ ਵੀ ਉਹਨੇ ਲਿਆ ਕੇ ਤੁਹਾਡੇ ਹੱਥ 'ਤੇ ਰੱਖ ਦੇਣੇ ਆ ਪੈਸੇ, ਠੀਕ ਆ। ਉਹਨੇ ਆਪਣੇ ਪੈਸੇ ਕਮਾਉਣੇ ਆ, ਉਹਨੇ ਆਪਣੇ ਕੋਲ ਰੱਖਣੇ ਆ। ਉਸ ਇਕੋਨੋਮੀ ਨਾਲੋਂ ਬਹੁਤ ਫਰਕ ਪੈ ਗਿਆ ਜਾ ਕੇ ਜੀ। ਉੱਥੇ ਉਹ ਦੇਖਦਾ ਵੀ ਉੱਥੇ ਤਾਂ ਮੇਰੇ ਕੋਲ ਹੀ ਹੁੰਦਾ ਸੀ ਸਭ ਕੁਝ ਜਾ ਕੇ, ਇੱਥੇ ਤਾਂ ਚੱਲ ਠੀਕ ਹੈ। ਉੱਥੇ ਵੀ ਇਹ ਖੇਤਾਂ 'ਚ ਕੰਮ ਕਰਦੇ ਹੀ ਸੀਗੇ ਜਾ ਕੇ, ਇੱਥੇ ਵੀ ਕੰਮ ਕਰਦੇ ਆ, ਕੰਮ ਕਰਕੇ ਪੈਸੇ ਤਾਂ ਮੈਨੂੰ ਦਿੰਦੇ ਨਹੀਂ ਹੈ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਸਾਰੇ ਤਾਂ ਇੱਕੋ ਰੱਸੇ ਨਹੀਂ ਕੱਢੇ ਜਾ ਸਕਦੇ, ਪਰ ਪ੍ਰੋਫੈਸਰ ਸਾਹਿਬ ਇੱਥੇ ਆ ਕੇ ਵੀ ਕਈਆਂ ਨੇ, ਮੈਨੂੰ ਪਤਾ ਉੱਥੇ ਵਾਂਗੂ ਕਹਿੰਦੇ ਵੀ ਆਪਣੇ 3 ਪੁੱਤਰ ਆ, ਨੂੰਹਾਂ ਨੇ, ਆਪਾਂ ਅਕਾਊਂਟ ਇੱਕੋ ਹੀ ਰੱਖਣਾ, ਸਾਂਝਾ ਅਕਾਊਂਟ ਬੈਂਕ ਦੇ ਵਿੱਚ ਖੋਲ੍ਹਿਆ ਹੋਇਆ। ਜਿਹੜੇ ਵੀ ਪੈਸੇ ਆਉਣੇ ਆ ਉਹ ਸਾਰੇ ਬਾਪੂ ਨੇ ਵੀ, ਪੁੱਤਰਾਂ ਨੇ ਵੀ ਉਹਦੇ ਵਿੱਚ ਪਾਈ ਜਾਣੇ ਆ। ਔਰ ਕਈ ਥਾਵੇਂ, ਸਾਰੇ ਥਾਵੇਂ ਨਹੀਂ, ਕਈ ਥਾਵੇਂ ਜੂਤ ਪਤਾਣ ਹੋ ਕੇ ਫਿਰ ਪੈਸੇ ਵੰਡੇ ਵੀ ਆ। ਸਰ ਤਾਂ ਇਹ ਅਰਥਚਾਰਾ ਮਰ ਰਿਹਾ ਅਰਥਚਾਰਾ ਹੈ ਜਿਹੜਾ ਤੁਸੀਂ ਕਹਿੰਦੇ ਸਾਂਝੇ ਇੱਕੋ ਹੀ ਥਾਂ ਰੱਖ ਕੇ ਚੱਲਦੇ ਆ। ਇਹ ਜੇ ਹੈਗਾ ਵੀ ਤਾਂ ਨੰਬਰ 1 ਬਹੁਤ ਥੋੜ੍ਹਾ ਆ, ਜੇ ਹੈਗਾ ਵੀ ਤਾਂ ਉਹ ਹੋਰ ਘੱਟ ਰਿਹਾ ਦਿਨ ਬ ਦਿਨ, ਕਿਉਂਕਿ ਦਿਨ ਬ ਦਿਨ ਇੰਡੀਵਿਜੂਅਲਿਜ਼ਮ ਆਈ ਜਾਂਦਾ ਜਾ ਕੇ। ਕਿਉਂਕਿ ਇੰਡਸਟਰੀਅਲ ਲਾਈਫ ਦਾ ਔਰ ਫਾਰਮਿੰਗ ਲਾਈਫ ਦਾ ਇਹੀ ਫਰਕ ਹੈ ਜਾ ਕੇ ਜੀ। ਇੰਡਸਟਰੀ ਜਿਹੜੀ ਹੈ, ਇੰਡਸਟਰੀ ਬੰਦੇ ਨੂੰ ਇੰਡੀਵਿਜੂਅਲਾਈਜ਼ ਕਰਦੀ ਹੈ ਜੀ। ਬੰਦੇ ਦਾ ਆਪਣੇ ਕੰਮ ਕਰੋ, ਆਪਣੇ ਪੈਸੇ ਲਾਓ, ਆਪਣੇ ਖਰਚੋ, ਠੀਕ ਹੈ। ਨਿਆਣੇ ਵੀ ਉੱਦਾਂ ਚੱਲ ਜਦ ਜਿੱਦਣ ਕੰਮ ਕਰਨ 'ਤੇ ਲੱਗ ਗਿਆ ਜਾ ਕੇ, ਨਿਆਣਿਆਂ ਦਾ ਆਪਣਾ ਥਾਂ ਜਾ ਕੇ, ਠੀਕ ਹੈ ਨਾ। ਸੋ ਇਹ ਸਿਸਟਮ ਜਿਹੜਾ ਹੈਗਾ, ਇਹ ਬਿਲਕੁਲ ਉਹਦੇ ਨਾਲ ਡਿਫਰੈਂਟ ਸਿਸਟਮ ਆ। ਹੁਣ ਉਹਦੇ ਵਿੱਚ ਐਡਜਸਟਮੈਂਟ ਦੀ ਪ੍ਰੋਬਲਮ ਹੈ ਜੀ। ਉਹਦੇ ਵਿੱਚ ਐਡਜਸਟਮੈਂਟ ਦੀ ਪ੍ਰੋਬਲਮ ਹੈ ਵੀ ਜਿਹੜੇ ਹੁਣ ਸਾਡੇ ਵਰਗੇ ਉੱਧਰੋਂ ਆਏ ਆ, ਉਹ ਸਮਝਦੇ ਹੈਗੇ ਜਾ ਕੇ ਵੀ ਇਹ ਤਾਂ ਗੱਲ ਗਲਤ ਹੈ, ਇਹ ਠੀਕ ਨਹੀਂ ਹੈ ਜਾ ਕੇ। ਜਿਹੜਾ ਸਿਸਟਮ ਗਲਤ ਹੈਗਾ, ਇਹ ਤਾਂ ਬਾਗੀ ਹੋਈ ਜਾਂਦੇ ਆ,
ਇਹ ਤਾਂ ਮੇਰੀ ਗੱਲ ਹੀ ਨਹੀਂ ਮੰਨਦੇ ਹੈ ਬਿਲਕੁਲ, ਜੋ ਕਿ ਤਾਂ ਆਪਦਾ ਅਕਾਊਂਟ ਲਾਇਆ ਹੋਇਆ। ਆਪਣਾ ਅਕਾਊਂਟ ਖੁਲਾਇਆ, ਆਪਣੀ ਮਰਜ਼ੀ ਨਾਲ ਖਰਚਾ ਕਰਦੇ ਆ, ਰੋਜ਼ ਸ਼ਾਪਿੰਗ ਕਰਨ ਤੁਰੇ ਜਾਂਦੇ ਆ, ਠੀਕ ਹੈ ਨਾ ਜੀ। ਤੇ ਇਦਾਂ ਨਹੀਂ ਹੈ, ਉਹ ਕਰਦੇ ਆ। ਅੱਛਾ, ਸਾਨੂੰ ਆਸਾਂ ਬਹੁਤ ਹੁੰਦੀਆਂ, ਅਸੀਂ ਤਾਂ ਆਸਾਂ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਆ, ਜਿੱਦਾਂ ਜਨਮ ਹੁੰਦਾ ਉਤੋਂ ਹੀ ਸ਼ੁਰੂ ਕਰ ਦਿੰਦੇ ਆ ਜਾ ਕੇ। ਇੱਕ ਗੱਲ ਇਹ ਆ। ਦੂਜੀ ਗੱਲ ਇਹ ਆ ਵੀ ਅਸੀਂ ਜਿਹੜੇ ਹੈਗੇ ਆ ਬਹੁਤੀਆਂ ਹਾਲਤਾਂ, ਸਾਰੀਆਂ 'ਚ ਨਹੀਂ, ਬਹੁਤੀਆਂ ਹਾਲਤਾਂ ਵਿੱਚ ਆਪਣੇ ਡਰੀਮਸ ਪੂਰੇ ਕਰਦੇ ਆ ਨਿਆਣਿਆਂ ਦੇ ਰਾਹੀਂ। ਸਾਡੇ ਜਿਹੜੇ ਸੁਪਨੇ ਆ, ਜੇ ਫਰਜ਼ ਕਰ ਲਓ ਵੀ ਮੈਂ ਬਹੁਤ ਬੜਾ ਭਲਵਾਨ ਨਹੀਂ ਬਣ ਸਕਿਆ, ਮੈਂ ਕਿਹਾ ਕੋਈ ਨਹੀਂ, ਆਪਣੇ ਪੁੱਤ ਨੂੰ ਬਣਾਊਂਗਾ। ਜੇ ਮੈਂ ਬਹੁਤ ਨਹੀਂ ਪੜ੍ਹ ਸਕਿਆ, ਮੈਂ ਕਹਿੰਦਾ ਮੈਂ ਆਪਣੇ ਜਿਹੜੇ ਪੁੱਤ ਨੂੰ ਇੰਨਾ ਪੜ੍ਹਾਊਂਗਾ ਜਾ ਕੇ, ਠੀਕ ਹੈ ਨਾ। ਜੇ ਮੈਂ ਅਫਸਰ ਨਹੀਂ ਬਣ ਸਕਿਆ, ਇਹ ਪੁੱਤ ਨੂੰ ਮੈਂ ਅਫਸਰ ਬਣਾਊਂਗਾ, ਠੀਕ ਹੈ। ਆਪਣੇ ਜਿਹੜੇ ਡਰੀਮਸ ਹੁੰਦੇ ਆ ਉਹਨਾਂ ਦੇ ਰਾਹੀਂ ਪੂਰੇ ਕਰਦੇ ਆ, ਵਿਦਆਊਟ ਰਿਅਲਾਈਜ਼ਿੰਗ ਵੀ ਉਹਨਾਂ ਦੇ ਆਪਣੇ ਡ੍ਰੀਮ ਨੇ, ਉਹਨਾਂ ਦੇ ਆਪਣੇ ਡਰੀਮ ਹੈ ਜੀ। ਤੁਸੀਂ ਮਿਸਾਲਾਂ ਦੇ ਕੇ ਦੱਸ ਰਹੇ ਸੀ। ਕੱਲ ਮੈਂ ਇੱਕ ਪਲੇਟੋ ਦੀ ਗੱਲ ਪੜ੍ਹੀ ਜਾ ਕੇ ਜੀ। ਜਿਹੜੇ ਪਲੇਟੋ ਆ, ਜਿਹਨਾਂ ਨੂੰ ਆਪਾਂ ਪੰਜਾਬੀ ਬੜੇ ਵੱਡੇ ਦਾਰਸ਼ਨਿਕ ਅਫਲਾਤੂਨ ਕਹਿ ਦਿੰਦੇ ਆ ਜੀ, ਉਹ ਮੇਰਾ ਖਿਆਲ ਹੈ ਜੀ ਅਲੈਗਜ਼ੈਂਡਰ 10 ਕੁ ਸਾਲ ਦਾ ਸੀ ਜਦੋਂ ਉਹਨਾਂ ਦੀ ਡੈਥ ਹੋ ਗਈ ਸੀ। ਉਹ ਕਹਿੰਦੇ ਜੀ ਵੀ ਪਾਵਰਟੀ ਜਿਹੜੀ ਹੈਗੀ ਹੈ, ਗਰੀਬੀ ਬਾਰੇ ਗੱਲ ਕਰਦੇ ਆ ਜੀ। ਉਹ ਕਹਿੰਦੇ ਪਾਵਰਟੀ ਡਜ਼ ਨਾਟ ਕਮ ਵਿਦ ਦੀ ਡਿਕਰੀਜ਼ ਆਫ ਵੈਲਥ, ਬਟ ਇਟ ਕਮਜ਼ ਵਿਦ ਦੀ ਇਨਕਰੀਜ਼ ਆਫ ਡਿਜ਼ਾਇਰਸ। ਉਹ ਕਹਿੰਦੇ ਵੀ ਜਿਹੜੀ ਗਰੀਬੀ ਆ, ਇਹ ਪੈਸੇ ਘਟਣ ਨਾਲ ਨਹੀਂ ਆਉਂਦੀ, ਇਹ ਖੁਆਇਸ਼ਾਂ ਦੇ ਵਧਣ ਨਾਲ ਆਉਂਦੀ ਹੈ। ਕਾਫੀ ਹੱਦ ਤੱਕ ਉਹਨਾਂ ਦੀ ਗੱਲ ਠੀਕ ਹੈ, ਸਾਰੀ ਤਾਂ ਨਹੀਂ ਮੈਂ ਕਹਿੰਦਾ, ਪਰ ਕਾਫੀ ਹੱਦ ਤੱਕ ਉਹਨਾਂ ਦੀ ਗੱਲ ਠੀਕ ਹੈ। ਵੀ ਜਦ ਖੁਆਇਸ਼ਾਂ ਇੰਨੀਆਂ ਰੱਖ ਲਈਆਂ ਜਾਣ ਜਿਹਦੇ ਆਪਣੇ ਕੋਲ ਸੋਰਸਸ ਨਾ ਹੋਣ, ਤਾਂ ਉਸ ਵੇਲੇ ਫਿਰ ਗਰੀਬੀ ਆ ਜਾਂਦੀ ਹੈ ਜੇ ਜ਼ਿਆਦਾ। ਖੈਰ ਚਲੋ, ਆਪਾਂ ਡਰੀਮਸ 'ਤੇ ਗੱਲ ਕਰ ਰਹੇ ਸੀ ਵੀ ਅਸੀਂ ਨਿਆਣਿਆਂ ਦੇ ਵਿੱਚ ਸੁਪਨੇ ਬਹੁਤ ਦੇਖਦੇ ਹਾਂ ਜਾ ਕੇ, ਵੀ ਇਹ ਆਹ ਬਣ ਜਾਊਗੇ, ਉਹ ਬਣ। ਤੁਸੀਂ ਦੱਸੋ ਸੀ ਆਪ ਦੇ ਮਾਪੇ ਸੁਪਨੇ ਪੂਰੇ ਕਰਨ ਲਈ ਬੱਚਿਆਂ ਨੂੰ ਕਹਿੰਦੇ ਆਹ ਬਣ, ਉਹਦੀ ਕੀ ਇੱਛਾ, ਉਹਦੀ ਕੀ ਨਾ, ਉਹਦੀ ਇੱਛਾ ਦੇਖੀ ਜਾਂਦੀ ਹੈ ਜੀ, ਨਾ ਉਹਦਾ ਐਪਟੀਚਿਊਡ ਦੇਖਿਆ ਜਾਂਦਾ, ਉਹਦੀ ਯੋਗਤਾ ਦੇਖੀ ਜਾਂਦੀ ਹੈ, ਨਾ ਇਹ ਦੇਖਿਆ ਜਾਂਦਾ ਵੀ ਕੀ ਇਹਦੇ ਯੋਗ ਹੈਗਾ ਇਹ ਬਣਨ ਦੇ। ਕਿਉਂਕਿ ਯੋਗਤਾ ਸਾਰਿਆਂ 'ਚ ਇੱਕੋ ਜਿਹੀ ਨਹੀਂ ਹੈ। ਤਿੰਨ ਸਾਹਿਬ ਨੂੰ ਮੈਂ ਪੜ੍ਹਾਉਂਦਾ ਰਿਹਾ, ਮੇਰੇ ਪੜ੍ਹਾਏ ਹੋਏ MA ਦੇ ਵਿੱਚੋਂ ਸਟੂਡੈਂਟ ਯੂਨੀਵਰਸਿਟੀ 'ਚੋਂ ਫਸਟ ਵੀ ਆਏ ਆ, ਫੇਲ ਵੀ ਹੋਏ ਆ। ਅੱਛਾ ਜੀ, ਠੀਕ ਹੈ। ਮੈਂ ਤਾਂ ਇੱਕੋ ਜਿਹਾ ਪੜ੍ਹਾਉਂਦਾ ਸੀ। ਸੋ ਯੋਗਤਾ ਜਿਹੜੀ ਹੈਗੀ ਆ, ਯੋਗਤਾ ਵੀ ਦੇਖਣ ਵਾਲੀ, ਔਰ ਐਪਟੀਚਿਊਡ ਵੀ ਬੰਦੇ ਦਾ ਮਨ ਕਿੱਧਰ ਨੂੰ ਜਾਂਦਾ, ਉਹਦੀ ਗੱਲ ਹੈਗੀ ਆ। ਹੁਣ ਮੈਂ ਜਿਸ ਵੇਲੇ 10ਵੀਂ ਕੀਤੀ, ਮੇਰੇ ਫਾਦਰ ਉਹਨਾਂ ਦੀ ਬੜੀ ਇੱਛਾ ਸੀ ਮੈਂ ਡਾਕਟਰ ਬਣਾ ਜੀ। ਉਹਨੇ ਮੈਨੂੰ FSC ਮੈਡੀਕਲ ਲੈ ਦਿੱਤਾ ਜੀ। ਉੱਥੇ ਮੈਡੀਕਲ ਦੇ ਵਿੱਚ ਜਾ ਕੇ ਮੈਨੂੰ 1 ਮਹੀਨਾ ਮੈਂ ਕੀਤਾ ਜੀ। 1 ਮਹੀਨੇ 'ਚ ਮੇਰੇ ਕੁਛ ਵੀ ਨਾ ਸਮਝ ਆਇਆ, ਨਹੀਂ ਗੱਲ ਗਈ। ਮੈਂ ਉਹਨਾਂ ਨੂੰ ਦੱਸਿਆ, ਵੀ ਉਹ ਕਹਿੰਦੇ ਵੀ ਤੂੰ ਛੱਡ ਦੇ ਫਿਰ, ਜੇ ਨਹੀਂ ਤੇ ਸਮਝ ਆਉਂਦਾ। ਫਿਰ ਮੈਂ ਛੱਡ ਦਿੱਤਾ, ਦੂਜੇ ਪਾਸੇ ਕੰਮ ਚੱਲ ਪਿਆ। ਹੁਣ ਇੱਕ ਪਾਸੇ ਨੂੰ ਸੀਗਾ, ਇੱਕ ਪਾਸੇ ਨੂੰ ਨਹੀਂ ਕੰਮ ਚੱਲਦਾ। ਸੋ ਇਹ ਨਹੀਂ ਦੇਖਦੇ ਆ ਜੀ ਵੀ ਕੀ ਇਹਦੇ ਯੋਗ ਹੈਗਾ ਕਿ ਨਹੀਂ, ਉਹਨੂੰ ਉਹਦੇ ਵਿੱਚ ਪਾ ਦਿੱਤਾ ਜਾਂਦਾ ਜੀ, ਔਰ ਉੱਤੇ ਫਿਰ ਪ੍ਰੈਸ਼ਰ ਦਿੱਤਾ ਜਾਂਦਾ ਜੀ। ਪ੍ਰੈਸ਼ਰ ਇਹਨਾਂ ਖਾਸ ਤੌਰ 'ਤੇ ਮੈਂ ਤੁਹਾਨੂੰ ਦੱਸਦਾ, ਖਾਸ ਤੌਰ 'ਤੇ ਪ੍ਰੈਸ਼ਰ ਜੱਟਾਂ 'ਚ ਬਹੁਤ ਦਿੱਤਾ ਜਾਂਦਾ ਜੀ। ਸਪੋਰਟਸ ਦੇ ਵਿੱਚ ਬਹੁਤ, ਇਹ ਸੌਕਰ ਪਲੇਅਰ ਬਣਨਾ ਚਾਹੀਦਾ ਜਾ ਕੇ, ਇਹ ਮੈਂ ਤਾਂ ਇੱਦਾਂ ਨਹੀਂ ਹੋਇਆ, ਇਹ ਫਲਾਨੀ ਟੀਮ 'ਚ ਆਉਣਾ ਚਾਹੀਦਾ ਹੈ। ਔਰ ਲੈ ਕੇ ਜਾਂਦੇ ਆ, ਮਿਹਨਤ ਕਰਦੇ ਆ, ਆਪਣਾ ਟਾਈਮ ਬੜਾ ਗੁਜ਼ਾਰਦੇ ਆ, ਔਰ ਪ੍ਰੈਸ਼ਰ ਬੜਾ ਦਿੰਦੇ ਆ, ਔਰ ਪ੍ਰੈਸ਼ਰ ਬੜਾ ਲੈਂਦੇ ਆ। ਪ੍ਰੈਸ਼ਰ ਇੰਨਾ ਲੈਂਦੇ ਆ, ਥਿੰਨ ਸਾਹਿਬ 14 ਸਾਲ ਦੇ ਨਿਆਣੇ ਡਿਪਰੈਸ਼ਨ 'ਚ ਜਾਂਦੇ ਮੈਂ ਦੇਖਿਆ। ਪ੍ਰੈਸ਼ਰ ਦਿੱਤਾ ਹੈ। ਪ੍ਰੈਸ਼ਰ ਇਕੱਲਾ ਸਪੋਰਟਸ ਦੇ ਵਿੱਚ ਨਹੀਂ ਹੈ, ਅਤੇ ਉਹ ਐਲੀਮੈਂਟਰੀ ਸਕੂਲ ਦੇ ਵਿੱਚ ਗ੍ਰੇਡ ਤੇਰੇ ਮਾੜੇ ਆਉਣ ਲੱਗ ਪਏ ਜਾ ਕੇ ਜੀ। ਔਰ ਫਿਰ ਉਹਦੇ ਨਾਲ ਕੀ ਹੁੰਦੀ ਹੈ, ਨਾਲ ਫਿਰ ਉਹਦਾ ਕੰਪੀਟੀਸ਼ਨ ਕਰਦੇ ਆ ਜੀ, ਮੁਕਾਬਲਾ ਕਰਨਾ ਸ਼ੁਰੂ ਕਰ ਦਿੰਦੇ ਆ ਜੀ। ਫਲਾਨੇ ਦਾ ਇਦਾਂ ਹੈਗਾ ਜਾ ਕੇ, ਉਹ ਆਈਸ ਹਾਕੀ ਵੀ ਖੇਡਦਾ, ਉਹਦੇ ਗ੍ਰੇਡ ਵੀ ਆਉਂਦੇ ਆ, ਉਹ ਫਲਾਨਾ ਬਾਸਕਟਬਾਲ ਵੀ ਖੇਡਦਾ, ਨਾਲੇ ਕੰਮ ਵੀ ਕਰਦਾ। ਕਈ ਵਾਰ ਕੰਮ ਵੀ ਕਰਦਾ, ਤੂੰ ਕੁਛ ਵੀ ਨਹੀਂ ਕਰਦਾ, ਅਸੀਂ ਜਗ੍ਹਾ ਹੈਗਾ ਤੂੰ ਉਹਦੇ ਵਿੱਚ ਵੀ ਕੁਛ ਨਹੀਂ ਹੈ। ਇੰਨਾ ਉੱਤੇ ਪ੍ਰੈਸ਼ਰ ਦਿੰਦਾ। ਮੈਨੂੰ ਇੱਕ ਆਪਣੇ ਭਲਵਾਨ ਦਾ ਪਤਾ ਜੀ, ਹੁਣ ਮੈਂ ਗੁਜ਼ਰ ਗਿਆ ਵਿਚਾਰਾ, ਉਹਨੇ ਆਪਣੇ ਮੁੰਡੇ ਨੂੰ ਕਿਹਾ ਵੀ ਉਹ ਵੀ ਚੰਗਾ ਭਲਵਾਨ ਸੀ, ਪਰ ਮੇਰੇ ਨਾਲ ਬੜਾ ਭਲਵਾਨ ਬਣੇ ਜੀ। ਅੰਮ੍ਰਿਤਸਰ ਡਿਸਟ੍ਰਿਕਟ ਦੀ ਗੱਲ ਹੈ ਜੀ। ਇੰਨਾ ਪ੍ਰੈਸ਼ਰ ਦਿੱਤਾ, ਇੰਨਾ। ਮੁੰਡਾ ਤਾਂ ਛੱਡ ਕੇ ਬਿਜਲੀ ਬੋਰਡ 'ਚ ਹੋ ਗਿਆ, ਉਹਨੂੰ ਤਾਂ ਜੋਬ ਮਿਲ ਗਈ, ਭਲਵਾਨ ਹੋ ਗਿਆ ਛੋਟਾ ਜਿਹਾ। ਉਹਨੇ ਇੰਨਾ ਲਿਆ ਜੀ, ਡਿਪਰੈਸ਼ਨ ਲੈ ਕੇ 50 ਸਾਲ ਤੋਂ ਅੰਡਰ 50 ਸਾਲ ਉਹ ਮਰ ਗਿਆ ਜਾ ਕੇ, ਆਪ ਡਿਪਰੈਸ਼ਨ ਲੈ ਕੇ ਵੀ ਮੇਰਾ ਮੁੰਡਾ ਉੱਡਾ ਭਲਵਾਨ ਨਹੀਂ ਬਣਿਆ। ਉਹਨੂੰ ਉੱਡੇ ਭਲਵਾਨ ਦਾ ਉਹਨਾਂ ਦੁੱਖ ਨਹੀਂ ਹੈ ਜਿੰਨਾ ਨਾਲ ਦੇ ਪਿੰਡ ਦੇ 2 ਮੁੰਡੇ ਬਹੁਤ ਤਕੜੇ ਹੋ ਗਏ ਸੀ ਜੀ। ਉਹ ਉਹਨਾਂ ਦੇ ਘਰੇ, ਉਹ ਫਲਾਨਿਆਂ ਦੇ ਮੁੰਡੇ ਜਿਨ੍ਹਾਂ 'ਚ ਕਦੇ ਕੋਈ ਕਿਸੇ ਨੇ ਲੁੱਟ ਰੁਮਾਲੀ ਲਾ ਕੇ ਨਹੀਂ ਦੇਖੀ, ਉਹਨਾਂ ਦੇ ਮੁੰਡੇ ਐਡੇ ਭਲਵਾਨ ਹੋ ਗਏ। ਮੇਰਾ ਮੁੰਡਾ ਕੁਛ ਵੀ ਨਹੀਂ ਹੋਇਆ ਜਾ ਕੇ। ਇੱਕ ਫਿਰ ਉਹ ਕੰਪੀਟੀਸ਼ਨ ਕਰਾਉਂਦੇ ਆ ਜੀ। ਇਹਦੇ ਨਾਲ ਮੇਰੀ ਇੱਕ ਇਹ ਸਲਾਹ ਹੈਗੀ ਜਾ ਕੇ ਵੀ ਬੱਚੇ 'ਤੇ ਪ੍ਰੈਸ਼ਰ ਇਸ ਗੱਲ ਦਾ ਨਾ ਦਿਓ ਜਾ ਕੇ ਵੀ ਤੈਂ ਆਹ ਬਣਨਾ, ਉਹਨੂੰ ਰਹਿਣ ਦਿਓ ਜਿੰਨਾ ਕੁ ਹੈਗਾ ਸਧਾਰਨ ਰੱਖੋ, ਫਰੈਂਡਲੀ ਰਿਲੇਸ਼ਨ ਉਹਨਾਂ ਰੱਖ ਲਓ। ਇੱਕ ਹੋਰ ਮੈਂ ਗੱਲ ਇਹਦੇ 'ਤੇ ਕਲੀਅਰ ਕਰਨੀ ਚਾਹੁੰਦਾ ਵੀ ਇਹ ਬੱਚੇ ਹੈਗੇ ਆ,
ਇਹ ਅਸੀਂ ਕੋਈ ਇਹਨਾਂ ਤੇ ਆਸਾਨ ਨਹੀਂ ਕਰਦੇ ਹੈ। ਜਿਸ ਵੇਲੇ ਅਸੀਂ ਕਹਿੰਦੇ ਹਾਂ ਮੈਂ ਤੇਰੇ ਲਈ ਆਹ ਕੀਤਾ, ਮੈਂ ਤੇਰੇ ਲਈ ਆਹ ਕੀਤਾ, ਅਸੀਂ ਆਪਣੀ ਖੁਸ਼ੀ ਲਈ ਪੈਦਾ ਕੀਤਾ ਔਰ ਆਪਣੀ ਖੁਸ਼ੀ ਲਈ ਇਹਨਾਂ ਨੂੰ ਪਾਲਣਾ ਕੀਤੀ ਇਹਨਾਂ ਦੀ। ਇਹਨਾਂ ਨੂੰ ਜਿਸ ਵੇਲੇ ਅਸੀਂ ਲੈ ਕੇ ਜਾਂਦੇ ਸਾਨੂੰ ਆਪ ਖੁਸ਼ੀ ਮਿਲਦੀ ਉਹਦੇ ਵਿੱਚ। ਜਦੋਂ ਇਹਨਾਂ ਨੂੰ ਕੋਈ ਚੀਜ਼ ਲੈ ਕੇ ਦਿੰਦੇ ਆ ਸਾਨੂੰ ਖੁਸ਼ੀ ਮਿਲਦੀ ਹੈ, ਠੀਕ ਹੈ ਨਾ ਜੀ। ਜਦੋਂ ਇਹਨਾਂ ਨੂੰ ਫੂਡ ਅਸੀਂ ਚੰਗਾ ਖਿਲਾਉਂਦੇ ਆ ਸਾਨੂੰ ਖੁਸ਼ੀ ਮਿਲਦੀ ਹੈ ਜਾ ਕੇ, ਔਰ ਇਹ ਸਾਨੂੰ ਖੁਸ਼ੀ ਦਿੰਦੇ ਆ ਉਹਦੇ ਲਈ। ਸੋ ਇਹ ਅਸੀਂ ਜੇ ਕਰਦੇ ਆ ਤਾਂ ਆਪਣੀ ਖੁਸ਼ੀ ਲਈ ਕਰਦੇ ਆ। ਇਹਨਾਂ ਲਈ ਜਿਹੜਾ ਹੈਗਾ ਮਗਰੋਂ ਜਤਾਉਂਦੇ ਰਹਿੰਦੇ ਵੀ ਅਸੀਂ ਤੇਰੇ ਲਈ ਆਹ ਕੀਤਾ, ਅਸੀਂ ਤੇਰੇ ਲਈ ਆਹ ਕੀਤਾ। ਕਈ ਲੋਕਾਂ ਨੂੰ ਵਾਕਈ ਤੌਰ ਤੇ ਰੂਟੀਨ 'ਚ ਤੇਰੇ ਲਈ ਦਿਨ ਰਾਤ ਮਰਦਾ ਮੈਂ, ਤੇਰੇ ਲਈ ਦਿਨ ਰਾਤ ਹਾਂ ਤੁਹਾਡੇ ਲਈ। ਈਵਨ ਮਾਵਾਂ ਨੂੰ ਵੀ ਇਸ ਤਰ੍ਹਾਂ ਟ੍ਰੇਨਿੰਗ ਮਿਲੀ ਹੋਈ ਆ, ਮਾਵਾਂ ਪਿਓ ਦੀ ਗੈਰ ਹਾਜ਼ਰੀ ਦੇ ਵਿੱਚ ਬੱਚਿਆਂ ਤੇ ਪ੍ਰੈਸ਼ਰ ਪਾਉਂਦੀਆਂ ਰਹਿੰਦੀਆਂ। ਔਰ ਤੇਰਾ ਪਿਓ ਗਿਆ ਹੈ ਤੜਕੇ ਦਾ, ਮੂੰਹ ਨੇਰੇ ਜਾਂਦਾ, ਮੂੰਹ ਨੇਰੇ ਆਉਂਦਾ, ਤੁਹਾਡੀ ਖਾਤਰ। ਉਹ ਤੁਹਾਡੀ ਖਾਤਰ ਨਹੀਂ ਹੈ, ਉਹ ਆਪਣੀ ਖੁਸ਼ੀ ਖਾਤਰ ਜਾਂਦਾ। ਉਹਨੂੰ ਖੁਸ਼ੀ ਮਿਲਦੀ ਹੈ ਉੱਥੇ ਜਾ ਕੇ, ਤਾਂ ਉਹ ਕਰਦਾ ਜਾ ਕੇ। ਬਾਅਦ ਦੇ ਵਿੱਚ ਫਿਰ ਕਰਦੇ ਰਹਿੰਦੇ ਆ ਵੀ ਅਸੀਂ ਤੇਰੇ ਲਈ ਆਹ ਕੀਤਾ, ਅਸੀਂ ਤੇਰੇ ਲਈ ਆਹ ਕੀਤਾ, ਫਿਰ ਤੂੰ ਉੱਤੇ ਪੂਰਾ ਨਹੀਂ ਉਤਰਦਾ। ਸੋ ਇੱਕ ਤਾਂ ਜਿਹੜਾ ਹੈਗਾ ਕੰਪੀਟੀਸ਼ਨ ਦਾ ਪ੍ਰੈਸ਼ਰ ਨਾ ਦਿੱਤਾ ਜਾਵੇ। ਇਹ ਠੀਕ ਹੈ, ਉਹ ਕਿਹੜੇ ਜਮਾਲ ਹੁਸ਼ਿਆਰਪੁਰੀ ਇੱਕ ਹੋਏ ਆ ਜੀ, ਆਪਣੇ ਪਾਕਿਸਤਾਨ ਚਲੇ ਗਏ। ਉਹਨਾਂ ਦਾ ਇੱਕ ਪੰਜਾਬੀ ਦੇ ਵਿੱਚ ਸ਼ੇਰ ਆ, ਬਹੁਤੀਆਂ ਚੀਜ਼ਾਂ ਬਾਅਦ ਗੁਜ਼ਾਰਾ ਹੋ ਸਕਦਾ ਜੇ ਉਹ ਚੀਜ਼ਾਂ ਨਾ ਹੋਵਣ ਹਮਸਾਇਆਂ ਕੋਲ। ਬਿਲਕੁਲ, ਵੀ ਜੇ ਗੁਆਂਢੀਆਂ ਕੋਲ ਨਾ ਹੋਣ ਤਾਂ ਬਹੁਤ ਚੀਜ਼ਾਂ ਦਾ ਗੁਜ਼ਾਰਾ ਹੋ ਜਾਂਦਾ ਹੈਗਾ। ਸੋ ਇਸ ਗੱਲ ਦਾ ਜਿਹੜਾ ਹੈਗਾ ਬਹੁਤ ਜ਼ਿਆਦਾ ਧਿਆਨ ਜਿਹੜਾ ਰੱਖਣ ਲੱਗ ਜਾ ਵੀ ਦੂਜਿਆਂ ਦੇ ਨਾਲ ਮੁਕਾਬਲਾ ਜਿਹੜਾ ਹੈਗਾ ਉਹ ਬਿਲਕੁਲ ਨਾ ਕੀਤਾ ਜਾਵੇ। ਬੱਚੇ ਜਿੱਦਾਂ ਹੈਗੇ ਉਹਨਾਂ ਨੂੰ ਰਹਿਣ ਦਿੱਤਾ ਜਾਵੇ। ਅੱਛਾ, ਇੱਕ ਜ਼ਰੂਰੀ ਗੱਲ ਮੈਂ ਤੁਹਾਨੂੰ ਹੋਰ ਪੁੱਛਣੀ ਚਾਹੁੰਦਾ ਵੀ ਬਹੁਤਾ ਜਿਹਾ ਕਲੇਸ਼ ਜਿਹੜਾ ਪੈਂਦਾ ਨਾ ਜੀ, ਐਕਸਪੈਕਟੇਸ਼ਨ ਇਹ ਰੱਖੀ ਜਾਂਦੀ ਆ ਵੀ ਇਹ ਬੱਚਾ ਹੁਣ ਵੱਡਾ ਹੋ ਗਿਆ, ਇਹਦੀ ਸ਼ਾਦੀ ਕਰਨੀ ਆ, ਸ਼ਾਦੀ 'ਤੇ ਵੀ ਉਹ ਬਹੁਤ ਖਰਚਾ ਕਰਦੇ ਨੇ, ਪੇਰੈਂਟਸ ਪੂਰੇ ਆਪਣੇ ਟਿੱਲ ਲਾ ਦਿੰਦੇ ਆ। ਫਿਰ ਜਿਹੜੀ ਖਾਸ ਤੌਰ 'ਤੇ ਪੁੱਤਰਾਂ ਤੋਂ ਇਹ ਆਸ ਰੱਖੀ ਜਾਂਦੀ ਆ ਕਿ ਇਹ ਹੁਣ ਮੇਰੇ ਨਾਲ ਹੀ ਰਹੇ, ਇਹ ਅੱਡ ਨਾ ਹੋਵੇ। ਬਹੁਤੇ ਅਜਿਹੇ ਕਲੇਸ਼ ਜਿਹੜੇ ਖੜੇ ਹੋ ਰਹੇ ਆ ਉਹ ਇਸ ਐਕਸਪੈਕਟੇਸ਼ਨ ਤੋਂ ਆ ਕਿ ਸ਼ਾਦੀ ਕਰਾ ਕੇ ਵੀ ਇਹ ਘਰ ਦੇ ਵਿੱਚ ਹੀ ਰਹੇ। ਕਈ ਮਾਪੇ ਹੁਣ ਕਹਿਣ ਲੱਗ ਪਏ ਆ ਵੀ ਚਲ ਤੇਰੀ ਮਰਜ਼ੀ ਹੈ, ਜਿਵੇਂ ਮਰਜ਼ੀ ਕਰ ਲਓ, ਪਰ ਅੰਦਰੋਂ ਉਹ ਵੀ ਖੁਸ਼ ਨਹੀਂ ਕਿ ਸਾਡਾ ਪੁੱਤਰ ਨੂੰਹ ਨੂੰ ਲੈ ਕੇ ਇੱਥੋਂ ਚਲਾ ਜਾਏ। ਔਰ ਐਕਚੁਅਲੀ ਨੂੰਹ ਨੂੰ ਬਲੇਮ ਕਰਨ ਲੱਗ ਪੈਂਦੇ ਆ। ਜਿਹੜੀ ਇਹ ਐਕਸਪੈਕਟੇਸ਼ਨ ਆ ਕਿ ਸ਼ਾਦੀ ਤੋਂ ਬਾਅਦ ਵੀ ਇਹ ਇੰਡੀਪੈਂਡੈਂਟਲੀ ਆਜ਼ਾਦੀ ਨਾਲ ਵੱਖਰਾ ਹੋ ਕੇ ਨਾ ਰਹੇ, ਸਗੋਂ ਸਾਡੇ ਨਾਲ ਰਹੇ, ਮਾਂ ਪਿਓ ਦੇ ਨਾਲ। ਸਾਡੀ ਹੁਣ ਸੇਵਾ ਕਰਨ ਦਾ ਮੌਕਾ ਤਾਂ ਹੁਣ ਹੀ ਆਇਆ। ਤਿੰਨ ਸਾਹਿਬ, ਜਿਸ ਮੁਆਸ਼ਰੇ ਦੇ ਵਿੱਚ ਅਸੀਂ ਪਲ ਕੇ ਆਏ ਹਾਂ ਉੱਥੇ ਇੱਦਾਂ ਦਾ ਆਇਆ ਸੀ ਵੀ ਹਜ਼ਾਰਾਂ ਸਾਲਾਂ ਤੋਂ ਫੈਮਿਲੀ ਇਕੱਠੀ ਰਹਿੰਦੀ ਆਈ ਹੈ। ਹਜ਼ਾਰਾਂ ਸਾਲਾਂ ਤੋਂ ਜਾ ਕੇ ਬਾਪ ਵੀ ਵਿੱਚੇ ਆ, ਪੁੱਤ ਵੀ ਵਿੱਚੇ ਆ, ਪੋਤੇ ਵੀ ਵਿੱਚੇ ਆ, ਚਾਚੇ ਤਾਏ ਵੀ ਵਿੱਚੇ ਆ। ਉਸ ਅਸੀਂ ਉਹਦੀ ਪ੍ਰੋਡਕਟ ਆ, ਸਾਡੇ ਤੇ ਉਸ ਦਾ ਅਸਰ ਹੈ ਜਿਹੜਾ ਹੈਗਾ। ਪਰ ਇੱਥੇ ਦੀ ਲਾਈਫ ਨੇ ਜਿਹੜਾ ਹੈਗਾ ਆ, ਇੱਥੇ ਦੇ ਤਜਰਬੇ ਨੇ ਇਹ ਦੱਸਿਆ, ਬਾਈ ਐਂਡ ਲਾਰਜ ਇਹ ਦੱਸਿਆ ਵੀ ਮੈਜੋਰਿਟੀ ਦੇ ਵਿੱਚ ਜਿਹੜੀ ਜੁਆਇੰਟ ਫੈਮਿਲੀ ਨਾਲੋਂ ਸਿੰਗਲ ਫੈਮਿਲੀ ਜ਼ਿਆਦਾ ਹੈਪੀ ਰਹਿੰਦੀ ਹੈ। ਜੁਆਇੰਟ ਫੈਮਿਲੀ ਦੇ ਵਿੱਚ ਕਲਾ ਕਲੇਸ਼ ਜ਼ਿਆਦਾ ਆ ਸਿੰਗਲ ਫੈਮਿਲੀ ਨਾਲੋਂ। ਜਿਹੜੇ ਮੈਜੋਰਿਟੀ ਆਫ, ਸਾਰਿਆਂ 'ਚ ਨਹੀਂ ਮੈਂ ਕਹਿੰਦਾ ਜਾ ਕੇ, ਮੈਜੋਰਿਟੀ। ਜੇ ਤੁਸੀਂ ਇੰਨੇ ਚੰਗੇ ਹੈਗੇ ਆ ਵੀ ਤੁਸੀਂ ਬਹੁਤ ਖੁਸ਼ ਰਹਿ ਸਕਦੇ ਆ ਤਾਂ ਫਿਰ ਰਹੋ, ਚੰਗੀ ਤਰ੍ਹਾਂ ਰਹੋ। ਪਰ ਜੇ ਹੁਣ ਰੋਜ਼ ਦਾ ਕਲੇਸ਼ ਪੈਂਦਾ ਜੀ, ਰੋਜ਼ ਝਗੜਾ ਹੁੰਦਾ ਜਾ ਕੇ, ਡਿਫਰੈਂਟ ਬੰਦਿਆਂ ਵਿੱਚ ਪੈਂਦਾ, ਬਾਪ ਮੁੰਡੇ 'ਚ ਪੈਂਦਾ, ਸੱਸ ਨੂੰਹ 'ਚ ਪੈਂਦਾ ਜਾਂ ਹੋਰ ਪੈਂਦਾ ਹੈਗਾ ਜਾ ਕੇ, ਫਿਰ ਜਿਹੜਾ ਹੈਗਾ ਫਿਰ ਬੈਟਰ ਆ ਵੀ ਤੁਸੀਂ ਇਕੱਲੇ ਰਹਿ ਲਓ, ਇਕੱਲੇ ਰਹਿ ਲਓ ਆਪਣੀ। ਦੇਖੋ ਇਵੈਂਚੁਅਲੀ ਥਿੰਨ ਸਾਹਿਬ, ਜੇ ਫੈਮਲੀਆਂ ਅਲੱਗ-ਅਲੱਗ ਨਾ ਹੁੰਦੀਆਂ ਤਾਂ ਸਾਰਾ ਮੁਲਕ ਇੱਕੋ ਹੀ ਫੈਮਿਲੀ ਨਾ ਹੁੰਦਾ। ਅਲੱਗ ਤਾਂ ਹੁੰਦੇ ਹੀ ਆ, ਅਲੱਗ ਤਾਂ ਹੁੰਦੇ ਆ, ਉਹ ਸਿਸਟਮ 'ਚ ਵੀ ਹੁੰਦੇ ਆਏ ਆ। ਪਰ ਉੱਥੇ ਜ਼ਿਆਦਾ ਹੁਣ ਪਿੰਡਾਂ 'ਚ ਕੀ ਸੀ, ਮੈਜੋਰਿਟੀ ਜੱਟਾਂ 'ਚ ਕੀ ਸੀ, ਲੜਾਈ ਤੋਂ ਬਿਨਾਂ ਜੁਦੇ ਨਹੀਂ ਹੋਣਾ। ਜਦ ਤੱਕ ਲੜਾਈ ਨਹੀਂ ਹੁੰਦੀ ਉਨੀ ਦੇਰ ਇਕੱਠੇ ਰਹਿਣਾ, ਜਦ ਫਿਰ ਲੜਾਈ ਹੋਣੀ ਫਿਰ ਜੁਦੇ ਹੋਣਾ। ਸੋ ਸਿਆਣਪ ਤਾਂ ਇਸ ਗੱਲ ਦੇ ਵਿੱਚ ਹੈਗੀ ਆ ਵੀ ਲੜਾਈ ਤੋਂ ਬਿਨਾਂ ਜੁਦੇ ਹੋ ਜਾਵੇ ਜਾ ਕੇ। ਜੇ ਸਮਝ ਲਓ ਵੀ ਇਹ ਬੈਟਰ ਹੈ, ਸਾਤੋਂ ਇੱਦਾਂ ਨਹੀਂ ਚੱਲਣਾ ਜਾ ਕੇ। ਅੱਛਾ, ਹੁਣ ਤੁਸੀਂ ਦੇਖੋ, ਹੁਣ ਆਪਾਂ ਆਉਂਦੇ ਉਸ ਮਸਲੇ 'ਤੇ ਜਾ ਕੇ ਜੀ ਵੀ ਕੀ ਹੋਣਾ ਚਾਹੀਦਾ, ਕੀ ਕਰਨ ਦੀ ਗੱਲ ਹੈ, ਐਕਸਪੈਕਟੇਸ਼ਨਾਂ ਕੀ ਹੈ। ਪਹਿਲੀ ਤਾਂ ਗੱਲ ਆਪਣੇ ਕੋਲ ਹੈਗੀ ਆ ਵੀ ਪੈਸਿਆਂ ਦੀ ਐਕਸਪੈਕਟੇਸ਼ਨ। ਅਸੀਂ ਮਨੀ ਦੀ ਕਿੰਨੀ ਐਕਸਪੈਕਟੇਸ਼ਨ ਬੱਚਿਆਂ ਤੋਂ ਕਰਨੀ ਚਾਹੀਦੀ ਆ ਵੀ ਸਾਨੂੰ ਇਹ ਪੈਸੇ ਦੇਵੇ, ਕਮਾ ਕੇ ਲਿਆ ਕੇ ਚੈੱਕ ਫੜਾਵੇ, ਕਮਾ ਕੇ ਲਿਆ ਕੇ ਪੈਸੇ ਦੇਵੇ। ਉਹ ਮੈਂ ਇਹ ਸਮਝਦਾ ਥਨ ਸਾਹਿਬ ਵੀ ਜੇ ਤਾਂ ਮਾਂ ਬਾਪ ਨੂੰ ਪੈਨਸ਼ਨ ਲੱਗੀ ਹੋਈ ਆ ਜਾਂ ਮਾਂ ਬਾਪ ਦੇ ਕੋਲ ਕਮਾਈ ਦਾ ਹੋਰ ਸਾਧਨ ਹੈਗਾ, ਠੀਕ ਹੈ ਨਾ, ਫਿਰ ਜਿਹੜਾ ਹੈਗਾ ਫਿਰ ਉਹਨਾਂ ਨੂੰ ਬੱਚਿਆਂ ਤੋਂ ਪੈਸੇ ਦੀ ਆਸ ਨਹੀਂ ਰੱਖਣੀ ਚਾਹੀਦੀ। ਜੇ ਉਹਨਾਂ ਦਾ ਸੋਰਸ ਆਫ ਇਨਕਮ ਹੈਗਾ, ਜੇ ਉਹਨਾਂ ਦਾ ਆਪਣਾ ਸੋਰਸ ਆਫ ਇਨਕਮ ਵੀ ਹੈਗਾ, ਉਹਨਾਂ ਕੋਲ ਪੈਸੇ ਵੀ ਹੈਗੇ ਆ, ਔਰ ਫਿਰ ਵੀ ਉਹ ਬੱਚਿਆਂ ਤੋਂ ਚਾਹੁੰਦੇ ਪਏ ਪੈਸੇ ਦੇਣ, ਤਾਂ ਫਿਰ ਮੇਰੇ ਕੋਲ ਲਾਲਚ ਤੋਂ ਬਿਨਾਂ ਉਹਨਾਂ ਲਈ ਹੋਰ ਕੋਈ ਸ਼ਬਦ ਹੈ ਨਹੀਂ। ਠੀਕ ਹੈ ਨਾ ਜੀ। ਜੇ ਫਰਜ਼ ਕਰ ਲਓ ਮਾਂ ਬਾਪ ਦਾ ਕੋਈ ਸਾਧਨ ਨਹੀਂ ਹੈ, ਕੋਈ ਉਹਨਾਂ ਨੂੰ ਪੈਨਸ਼ਨ ਨਹੀਂ ਲੱਗੀ, ਕੋਈ ਉਹਨਾਂ ਦਾ ਸੋਰਸ ਆਫ ਇਨਕਮ ਨਹੀਂ ਹੈ ਜਾ ਕੇ, ਅਤੇ ਬੱਚੇ ਫਿਰ ਵੀ ਉਹਨਾਂ ਦਾ ਕੁਛ ਨਹੀਂ ਕਰਦੇ ਹੈ, ਫਿਰ ਵੀ ਉਹਨਾਂ ਨੂੰ ਕੁਛ ਨਹੀਂ ਦਿੰਦੇ ਹੈ, ਤਾਂ ਫਿਰ ਉਹਨਾਂ ਨੂੰ ਨਿਕੰਮੀ ਔਲਾਦੇ ਕਿਹਾ ਜਾ ਸਕਦਾ, ਜੇ ਉਹਨਾਂ ਦਾ ਕੋਈ ਸੋਰਸ ਹੈ ਨਹੀਂ। ਠੀਕ ਹੈ।
ਜੇ ਕੋਈ ਸੋਰਸ ਹੈ ਨਹੀਂ, ਕੋਈ ਸਾਧਨ ਨਹੀਂ ਉਹਨਾਂ ਦਾ, ਕੋਈ ਉਹਨਾਂ ਦਾ ਸੋਰਸ ਨਹੀਂ, ਔਰ ਫਿਰ ਉਹਨਾਂ ਨੂੰ ਇਹ ਹੋ ਜਾ ਕੇ ਵੀ ਛੱਡ ਦਿਓ, ਜਾ ਕੇ ਉਹਨਾਂ ਦੀ ਮਦਦ ਨਾ ਕਰੋ, ਫਿਰ ਬੱਚਿਆਂ ਲਈ ਇਹ ਹੈ ਵੀ ਉਹ ਫਿਰ ਚੰਗੇ ਬੱਚੇ ਨਹੀਂ ਹੈ ਜਾ ਕੇ। ਮੇਰੀ ਇਹ ਗੱਲ ਹੈ ਵੀ ਇੱਥੇ ਤਾਂ ਇਹ ਹੋਣਾ ਚਾਹੀਦਾ। ਅੱਛਾ, ਅਗਲੀ ਗੱਲ ਜਿਹੜੀ ਹੈਗੀ ਆ ਜੀ, ਉਹ ਜ਼ਿਆਦਾ ਜਿਹੜੀ ਤੁਸੀਂ ਛੇੜੀ ਆ ਪਹਿਲਾਂ, ਇੱਕ ਵਿਆਹ ਦੀ ਐਕਸਪੈਕਟੇਸ਼ਨ ਸਾਡੀ ਕਮਿਊਨਿਟੀ ਵਿੱਚ ਕਾਫੀ, ਜਿਹਨੂੰ ਕਹਿ ਲਓ ਹੈਵਕ ਪਲੇ ਕਰ ਰਹੀ ਹੈ ਜਾ ਕੇ। ਵੀ ਵਿਆਹ ਬੱਚੇ ਦਾ ਜਿਹੜਾ ਵਿਆਹ ਹੈ ਇੱਕ ਇਸ਼ੂ ਆ ਕਮਿਊਨਿਟੀ ਵਿੱਚ, ਬੜਾ ਇਸ਼ੂ ਆ। ਇਹ ਕਮਾਈ ਕਰਨ ਜਿੰਨਾ ਹੀ ਇਸ਼ੂ ਆ ਜਾ ਕੇ ਬੱਚਿਆਂ ਦਾ ਜਿਹੜਾ ਵਿਆਹ ਕਰਵਾ ਲਵੇ, ਵਿਆਹ ਜਿਹੜਾ ਕਰਵਾਵੇ। ਪਹਿਲੀ ਗੱਲ ਤਾਂ ਇਹ ਹੈ ਜੀ ਵੀ ਵਿਆਹ ਜਿਹੜਾ ਹੈਗਾ ਸਾਡੀ ਮਰਜ਼ੀ ਨਾਲ ਹੋਣਾ ਚਾਹੀਦਾ। ਉਹ ਬੱਚੇ ਤਾਂ ਜਿਹੜੇ ਕਹਿ ਰਹੇ ਉਹਨਾਂ ਦੀ ਤਾਂ ਕੋਈ ਰੀਸ ਹੀ ਨਹੀਂ ਹੈ ਨਾ ਜੀ। ਜਿਹੜਾ ਬੱਚਾ ਸਾਡੇ ਕਹੇ ਵਿਆਹ ਕਰਾਵੇ ਉਹ ਤਾਂ ਆਈਡੀਅਲ ਸਨ ਜਾਂ ਆਈਡੀਅਲ ਡਾਟਰ। ਉੱਥੇ ਕਾਫੀ ਕੰਪਰੋਮਾਈਜ਼ ਹੋ ਗਏ ਫਿਰ ਸਭ। ਹੁਣ ਤੁਸੀਂ ਮੇਰੇ ਖਿਆਲ ਇਨ ਟੱਚ ਨਹੀਂ, ਮੈਂ ਇਨ ਟੱਚ ਹੈਗਾ ਜੀ, ਪਰ ਮੈਂ ਤੁਹਾਨੂੰ ਦੱਸਿਆ ਜੀ ਅਜੇ ਵੀ ਜਿਹੜਾ ਤੁਹਾਡੀ ਮਰਜ਼ੀ ਨਾਲ ਵਿਆਹ ਕਰਾਵੇ ਉਹਨੂੰ ਨੰਬਰ 1 ਤੇ ਆਉਂਦਾ ਹੋ ਜਾਵੇ। ਵੀ ਇਹ ਬੱਚਾ ਨਾ ਵੀ ਕਰਾਵੇ, ਆਪਣੀ ਮਰਜ਼ੀ ਨਾਲ ਕਰਾ ਲੇ, ਫਿਰ ਵੀ ਚੱਲਦਾ ਕੰਮ ਐਜ਼ ਕੰਪੇਅਰ ਟੂ ਹਿਮ। ਉਹਨੂੰ ਮੁਕਾਬਲੇ ਦੇ ਵਿੱਚ ਜਿਹੜਾ ਆ ਕੇ ਕਹੇ ਵੀ ਬਾਪੂ ਜਿੱਥੇ ਮਰਜ਼ੀ ਕਰਦੇ, ਜਿਹੜੀ ਕੁੜੀ ਤੈਨੂੰ ਚੰਗੀ ਲੱਗਦੀ ਹੈ ਠੀਕ ਹੈ ਉਹ ਕਰਦੇ ਜਾ ਕੇ। ਉਹ ਮੈਨੂੰ ਇੱਕ ਬੰਦਾ ਕਹਿੰਦਾ ਉਹ ਕਿ ਤੂੰ, ਉਹ ਕਹਿੰਦਾ ਵਿਆਹ ਨਹੀਂ ਜੇ ਤੂੰ ਕਹਿੰਦਾ, ਉਹ ਕਹਿੰਦਾ ਕਿ ਉਹ ਮਾਂ ਦੇ ਕੁੜੀ ਨਹੀਂ ਪਸੰਦ ਆਉਂਦੀ ਕੋਈ ਵੀ, ਕਿ ਮਾਂ ਦੇ ਕੁੜੀ ਨਹੀਂ ਪਸੰਦ ਆਉਂਦੀ, ਕਿ ਮਾਂ ਕਹਿੰਦੀ ਨਹੀਂ ਵੀ ਮੈਨੂੰ ਤਾਂ ਕੁੜੀ ਐਨ ਆਪਣੇ ਵਰਗੀ ਚਾਹੀਦੀ ਹੈ, ਆਪਣੇ ਵਰਗੀ ਚਾਹੀਦੀ। ਉਹ ਕਹਿੰਦਾ ਵੀ ਆਪਣੇ ਵਰਗੀ ਨਹੀਂ ਕੋਈ ਲੱਭੀ। ਉਹ ਕਹਿੰਦਾ ਇੱਕ ਲੱਭੀ ਸੀਗੀ, ਉਹ ਬਾਪੂ ਉਹਦੀ ਪਸੰਦ ਨਹੀਂ ਆਈ। ਉਹ ਬਾਪੂ ਕਹਿੰਦਾ ਨਹੀਂ ਇਹ ਨਹੀਂ ਠੀਕ ਹੈ। ਪ੍ਰਿੰਸੀਪਲ ਕਸ਼ਮੀਰਾ ਸਿੰਘ ਜੀ ਮੇਰੇ ਨਾਲ ਨੇ, ਗੱਲਬਾਤ ਚੱਲ ਰਹੀ ਹੈ ਬੱਚਿਆਂ ਤੋਂ ਜਿਹੜੀਆਂ ਆਸਾਂ ਉਮੀਦਾਂ ਕਿੰਨੀਆਂ ਰੱਖਣੀਆਂ ਚਾਹੀਦੀਆਂ ਨੇ, ਰੱਖਣੀਆਂ ਵੀ ਚਾਹੀਦੀਆਂ ਨੇ ਜਾਂ ਨਹੀਂ। ਪ੍ਰੋਫੈਸਰ ਸਾਹਿਬ ਨੇ ਦੱਸਿਆ ਕਿ ਬਹੁਤੀਆਂ ਉਮੀਦਾਂ ਨਹੀਂ ਰੱਖਣੀਆਂ ਚਾਹੀਦੀਆਂ। ਪ੍ਰੋਫੈਸਰ ਸਾਹਿਬ, ਜਿਮੀ ਦਾ ਇੱਕ ਮੈਸੇਜ ਆ, ਉਹ ਕਹਿੰਦੇ ਵੀ ਇੱਕ ਉਮੀਦ ਜ਼ਰੂਰ ਰੱਖੀ ਜਾਣੀ ਚਾਹੀਦੀ ਹੈ, ਉਹ ਆ ਮੋਰਾਲਿਟੀ, ਅਖਲਾਕੀ ਕਦਰਾਂ ਕੀਮਤਾਂ ਦੀ ਐਕਸਪੈਕਟੇਸ਼ਨ ਮਾਪੇ ਨੂੰ ਜ਼ਰੂਰ ਰੱਖਣੀ ਚਾਹੀਦੀ ਹੈ ਬੱਚੇ ਤੋਂ, ਨਹੀਂ ਤਾਂ ਸੁਸਾਇਟੀ 'ਚ ਗੜਬੜ ਹੋ ਜਾਏਗੀ। ਮੋਰੈਲਿਟੀ ਹੈ ਜਿਹੜੀ, ਉਸ ਦੀ ਐਕਸਪੈਕਟੇਸ਼ਨ ਉਹ ਕਹਿੰਦੇ ਜੇ ਨਾ ਰੱਖੀ ਤਾਂ ਸੁਸਾਇਟੀ ਦੇ ਵਿੱਚ ਸਾਰਾ ਤਾਣਾ ਬਾਣਾ ਉਲਝ ਜਾਏਗਾ। ਦੇਖੋ ਗੱਲ ਉਹਨਾਂ ਦੀ ਬਿਲਕੁਲ ਠੀਕ ਹੈ, ਪਰ ਹੁਣ ਜਿਹੜੀ ਮੋਰੈਲਿਟੀ ਆ, ਮੋਰੈਲਿਟੀ ਦੀ ਮੈਂ ਉਹੀ ਆਸ ਰੱਖੂੰਗਾ ਜਿੰਨਾ ਕੁ ਮੇਰੇ ਅੰਦਰ ਦੇ ਜਿਹੜੇ ਐਥਿਕਸ ਹੈ, ਮੇਰੀ ਜਿਹੜੀ ਮੋਰੈਲਿਟੀ ਹੈ ਠੀਕ ਹੈ ਨਾ, ਮੈਂ ਤਾਂ ਉਹੀ ਹੈ ਜਿੱਦਾਂ ਦਾ ਮੈਂ ਹੋਊਂਗਾ ਉੱਦਾਂ ਦੀ ਮੈਂ ਉਹਨੂੰ ਆਸ ਰੱਖੂੰਗਾ। ਔਰ ਦੂਸਰੀ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਵੀ ਮੋਰੈਲਿਟੀ ਬਦਲਦੀ ਹੈ। ਮੋਰੈਲਿਟੀ ਤਾਂ ਬਦਲੀ ਜਾਂਦੀ ਹੈ ਕਿ ਜਿਹੜੀ ਸੁਸਾਇਟੀ ਧਰਮ ਤਾਂ ਹੋਊਗੀ ਜਾ ਕੇ ਜੇ ਤੁਸੀਂ ਜਿਹੜੀ ਹੈਗੇ ਆ ਮੋਰੈਲਿਟੀ ਇੱਕ ਐਬਸੋਲੂਟ ਚੀਜ਼ ਆ, ਬਦਲਦੀ ਹੈ ਨਹੀਂ, ਔਰ ਉਹਨੂੰ ਅਸੀਂ ਫੋਲੋ ਕਰਨਾ। ਉਹ ਮੈਂ 2-3 ਗੱਲਾਂ ਬਾਅਦ 'ਚ ਰੱਖੀਆਂ ਵੀ ਜਿਨ੍ਹਾਂ 'ਤੇ ਕੋਈ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ ਠੀਕ ਹੈ ਨਾ। ਉਹਦੇ ਵਿੱਚ ਮੋਰੈਲਿਟੀ ਨਹੀਂ ਹੈ। ਕਿਉਂ ਮੋਰੈਲਿਟੀ ਇਸ ਕਰਕੇ ਨਹੀਂ ਕਿ ਮੋਰੈਲਿਟੀ ਹੈ ਨਹੀਂ ਪੱਕੀ, ਅੱਜ ਬਦਲ ਜਾਣੀ ਹੈ। ਕੁੜੀ ਦੇ ਸਿਰ ਤੋਂ ਕੋਈ ਦੁਪੱਟਾ ਲੈ ਗਿਆ ਕਿਸੇ ਸਮੇਂ ਇਮੋਰਲ ਗੱਲ ਸੀ, ਹੁਣ ਨਹੀਂ ਹੈ ਉਹ ਗੱਲ। ਜਾ ਕੇ ਕਿੱਦਾਂ ਤੁਸੀਂ ਕਿਸੇ ਨੂੰ ਕਹਿ ਦੋਗੇ ਜਾ ਕੇ ਤੁਸੀਂ ਇਹ ਗੱਲ ਕਿਸੇ, ਇਹ ਤਾਂ ਪਲ ਬਦਲਦੀ ਹੈ ਜਾ ਕੇ। ਇੰਡੀਆ ਦੇ ਵਿੱਚ ਮੋਰੈਲਿਟੀ ਦਾ ਕਨਸੈਪਟ ਹੋ ਰਿਹਾ, ਇੱਥੇ ਮੋਰੈਲਿਟੀ ਦਾ ਕਨਸੈਪਟ ਹੋ ਰਿਹਾ ਜਾ ਕੇ ਠੀਕ ਹੈ ਨਾ। ਸੋ ਉਹਦੇ ਵਿੱਚ ਮੈਂ ਉਹਦੇ 'ਚ ਕਿਹਾ, ਚਲੋ ਹੁਣ ਮੈਂ ਪਹਿਲਾਂ ਹੀ ਕਹਿ ਦਿੰਦਾ, ਮੈਂ ਉਹਦੇ 'ਚ ਕਿਹਾ ਵੀ ਇਸ ਗੱਲ 'ਤੇ ਕੋਈ ਕੰਪਰੋਮਾਈਜ਼ ਨਹੀਂ ਹੈ ਜਾ ਕੇ, ਵੀ ਜਿਹੜਾ ਹੈਗਾ ਆ ਲਾਅ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ, ਇਹਦੇ 'ਤੇ ਕੰਪਰੋਮਾਈਜ਼ ਨਹੀਂ ਹੈ। ਫੇਰ ਸੁਸਾਇਟੀ ਧਰਮ ਹੋਣੀ ਹੈ। ਜਿਸ ਵੇਲੇ ਤੁਸੀਂ ਕਾਨੂੰਨ ਤੋੜਨ ਲੱਗ ਪੈਣਾ, ਥੈਂ ਕਾਨੂੰਨ ਤੋੜਨ ਲੱਗ ਪੈਣਾ, ਕਾਰ ਇੱਧਰ ਨੂੰ ਲੈ ਗਿਆ, ਕਾਰ ਕਾਨੂੰਨ ਵੀ ਬਦਲਦੇ ਰਹਿੰਦੇ ਆ, ਕਾਨੂੰਨ ਬਦਲਦੇ ਰਹਿੰਦੇ ਆ। ਫਿਰ ਜਿਹੜਾ ਕਾਨੂੰਨ ਆ ਜਾਂਦਾ ਉਸ ਨੂੰ ਤੁਸੀਂ ਫੋਲੋ ਕਰੋ, ਕਿਉਂਕਿ ਮੋਰੈਲਿਟੀ ਇੱਦਾਂ ਐਬਸੋਲੂਟ ਚੀਜ਼ ਨਹੀਂ ਨਾ ਹੈ ਜਾ ਕੇ ਵੀ ਜਿਹੜੀ ਜਾ ਕੇ ਤੁਹਾਨੂੰ ਉਹਨੂੰ ਪਤਾ ਲੱਗ ਜਾਣਾ ਵੀ ਬਦਲ ਗਏ। ਲਾਅ ਦਾ ਤਾਂ ਪਤਾ ਲੱਗ ਗਿਆ, ਅੱਜ ਬਦਲਿਆ ਕੱਲ੍ਹ ਨੂੰ ਪਤਾ ਅੱਜੇ ਲੱਗ ਜਾਣਾ ਪਤਾ ਵੀ ਬਦਲ ਗਿਆ ਠੀਕ ਹੈ ਨਾ। ਮੋਰੈਲਿਟੀ ਹੌਲੀ ਹੌਲੀ ਬਦਲਦੀ ਆ। ਔਰ ਜਾਂ ਇੰਡੀਆ ਤੋਂ ਜਹਾਜ਼ ਚੜ੍ਹ ਕੇ ਆ ਜਾਂਦੇ ਆ ਫਿਰ ਬਿਲਕੁਲ ਹੀ ਹੋਰ ਤਰ੍ਹਾਂ ਹੋ ਜਾਂਦਾ ਹੈ ਜਾ ਕੇ। ਉਹ ਫੋਲੋ ਕਰੀਏ ਕਿ ਆਹ ਫੋਲੋ ਕਰੀਏ। ਅੱਧੀ ਮੋਰੈਲਿਟੀ ਸਾਡੇ ਅੰਦਰ ਇੰਡੀਆ ਵਾਲੀ ਬੜੀ ਹੋਈ, ਅੱਧੀ ਮੋਰੈਲਿਟੀ ਇੱਥੇ ਵਾਲੀ ਆ, ਅੱਧੀ ਹੁਣ ਸਾਡੇ ਜਿਹੜੇ ਬੱਚੇ ਆ ਉਹ ਹੋਰ ਤਰ੍ਹਾਂ, ਉਹਨਾਂ ਦੇ ਬੱਚੇ ਹੋਰ ਤਰ੍ਹਾਂ ਚੱਲਦੇ ਆ। ਸੋ ਫਿਰ ਵੀ ਮੈਂ ਉਹਨਾਂ ਦੀ ਇਸ ਗੱਲ ਨਾਲ ਬਿਲਕੁਲ ਐਗਰੀ ਕਰਦਾ ਵੀ ਜਿਹੜੇ ਐਥਿਕਸ ਹੈਗੇ ਆ, ਜਿਹੜੇ ਆ ਗੁੱਡ ਚੀਜ਼ਾਂ ਸੁਸਾਇਟੀ ਦੀਆਂ, ਉਹ ਸਾਨੂੰ ਗਾਹਾਂ ਦੇਣੀਆਂ ਚਾਹੀਦੀਆਂ। ਪਰ ਦੇਵਾਂਗੇ ਅਸੀਂ ਤਾਂ ਹੀ ਜੇ ਮੇਰੇ ਵਿੱਚ ਆਪਣੀਆਂ ਆਪ ਹੋਊਗੀਆਂ। ਮੈਂ ਤਾਂ ਉਹੀ ਅੱਗੇ ਚੱਲਦੇ, ਹੁਣ ਆਪਣੇ ਕੋਲ ਟਾਈਮ ਵੀ ਥੋੜ੍ਹਾ ਹੈ। ਵਿਆਹ ਦੀ ਐਕਸਪੈਕਟੇਸ਼ਨ ਦੇ ਵਿੱਚ ਮੈਂ ਇੱਦਾਂ ਕਰਦਾ ਵੀ ਉਹਦੇ ਵਿੱਚ ਨੰਬਰ 1 ਤਾਂ ਉਹਦੇ 'ਤੇ ਰਹਿਣ ਦਿਓ ਬੱਚਿਆਂ 'ਤੇ। ਜੋ ਕਰਨਾ ਚਾਹੁੰਦੇ ਆ ਕਰ ਲੈਣ ਜਾ ਕੇ, ਮਰਜ਼ੀ ਨਾ ਕਰਾਉਣਾ ਮਰਜ਼ੀ ਨਾ ਕਰਾ ਲੈਣ। ਜ਼ਾਤ ਪਾਤ ਦਾ ਖਿਆਲ ਨਾ ਰੱਖੋ, ਜਿੱਥੇ ਉਹਨਾਂ ਦੀ ਖੁਸ਼ੀ ਆ ਉੱਥੇ ਉਹਨਾਂ ਨੂੰ ਕਰ ਲੈਂਦੇ ਆ। ਕਦੋਂ ਕਰਾਉਣਾ ਚਾਹੁੰਦੇ ਇਹ ਵੀ ਉਹਨਾਂ 'ਤੇ ਰਹਿਣ ਦਿਓ ਜਾ ਕੇ। ਕਰਾਉਣਾ ਚਾਹੁੰਦੇ ਆ ਜਾਂ ਨਹੀਂ ਕਰਾਉਣਾ ਚਾਹੁੰਦੇ ਇਹ ਵੀ ਉਹਨਾਂ 'ਤੇ ਰਹਿਣ ਦਿਓ। ਮੈਨੂੰ ਪਤਾ ਇਹ ਬਹੁਤ ਔਖੀ ਗੱਲ ਆ ਮਾਂ ਬਾਪ ਦੇ ਲਈ ਵੀ ਬੱਚਾ ਵਿਆਹ ਨਾ ਕਰਾਵੇ। ਜਿਹੜੇ ਇੰਡੀਆ ਦੇ ਵਿੱਚੋਂ ਰੇਜ਼ ਹੋ ਕੇ ਮਾਂ ਬਾਪ ਆਏ ਉਹਨਾਂ ਲਈ ਬਹੁਤ ਔਖਾ ਵੀ ਬੱਚਾ ਵਿਆਹ ਨਾ ਕਰਾਵੇ। ਪਰ ਸਾਡੇ ਜਾਂ ਤੁਹਾਡੇ ਮੂਹਰੇ ਕੋਈ ਚਾਰਾ ਨਹੀਂ ਹੈ। ਜੇ ਉਹ ਨਹੀਂ ਕਰਾਉਂਦਾ ਤਾਂ ਨਹੀਂ ਕਰਾਉਣਾ ਠੀਕ ਹੈ ਨਾ ਜੀ। ਨਹੀਂ ਜੇ ਲੜਕੀ ਨੇ ਵੀ ਨਹੀਂ ਕਰਾਉਂਦੀ ਹੈ ਤਾਂ ਨਹੀਂ ਕਰਾਉਣੀ ਹੈ। ਉਹਦੇ
ਵਿੱਚ ਘਰ ਦਾ ਪੀਸ ਜਾਂ ਨਿਆਣਿਆਂ ਪ੍ਰਤੀ ਜਿਹੜੀ ਰੋਜ਼ ਦਾ ਕਲੇਸ਼ ਨਾ ਇਸ ਗੱਲ ਤੇ ਰੱਖੋ ਜਾ ਕੇ ਵੀ ਤੂੰ ਵਿਆਹ ਨਹੀਂ ਕਰਾਉਂਦਾ ਜਾਂ ਤੂੰ ਵਿਆਹ ਨਹੀਂ ਕਰਾਉਂਦੀ ਹੈਗੀ। ਇਹਨਾਂ ਜੇ ਉਹ ਤੁਹਾਡੀ ਸਲਾਹ ਪੁੱਛਦੇ ਆ ਤਾਂ ਸਲਾਹ ਉਹਨਾਂ ਨੂੰ ਦਿਓ, ਜੇ ਨਹੀਂ ਪੁੱਛਦੇ ਤਾਂ ਫਿਰ ਬਦੋਬਦੀ ਨਾ ਦਿਓ ਸਲਾਹ, ਨਹੀਂ ਉਹ ਨਹੀਂ ਮੰਨਣੀ। ਇਹ ਐਕਸਪੈਕਟੇਸ਼ਨ ਨਾ ਰੱਖੀ ਜਾਵੇ, ਇਹ ਐਕਸਪੈਕਟੇਸ਼ਨ ਨਾ ਰੱਖੀ ਜਾਵੇ। ਔਰ ਰਿਗਾਰਡਿੰਗ ਇੱਕ ਗੱਲ ਹੋਰ ਵੀ ਮੈਂ ਕਹਿਣੀ ਚਾਹੁੰਦਾ ਜਾ ਕੇ, ਇਸ ਗੱਲ ਲਈ ਵੀ ਆਪਣਾ ਮਨ ਬਣਾ ਲੈਣਾ ਚਾਹੀਦਾ ਵੀ ਉਹਨਾਂ ਨੇ ਹੁਣ ਵਿਆਹ ਤੋਂ ਪਹਿਲਾਂ ਉਹਨਾਂ ਦਾ ਕੋਈ ਪਾਰਟਨਰ ਹੋਣਾ ਔਰ ਉਹਨਾਂ ਨਾਲ ਫਿਜ਼ੀਕਲ ਰਿਲੇਸ਼ਨ ਹੋਣੇ ਆ। ਇਸ ਗੱਲ ਦੇ ਤਾਂ ਵੀ ਮਨ ਬਣਾ ਲੈਣਾ ਚਾਹੀਦਾ, ਜਿਹੜਾ ਕਿ ਬਹੁਤ ਔਖਾ ਹੈ। ਇੰਡੀਆ ਦੇ ਵਿੱਚ ਤਾਂ ਹੁੰਦਾ ਹੀ ਨਹੀਂ ਸੀ ਉਹਨਾਂ ਨਾਲ। ਵੈਸੇ ਜਿਹੜੀ ਗੱਲ ਮੈਂ ਮੋਰੈਲਿਟੀ ਦੀ ਕਰਦਾ ਸੀ ਤੁਹਾਡੇ ਨਾਲ, ਜਿਹੜੀ ਜਿਮੀ ਨੇ ਉਠਾਈ ਆ, ਉਸ ਦੇ ਵਿੱਚ ਭਾਰਤੀ ਬੋਰਨ ਜਿਹੜੇ ਲੋਕ ਨੇ, ਸਾਡੀ ਤਾਂ ਮੋਰੈਲਿਟੀ ਸਾਰੀ ਸੈਕਸ ਨਾਲ ਜੁੜੀ ਹੋਈ ਹੈ। ਮੋਰੈਲਿਟੀ ਨੂੰ ਮਾਪਣ ਦਾ ਜਿਹੜਾ ਸਭ ਤੋਂ ਵੱਡਾ ਮਾਪਦੰਡ ਹੈ ਉਹ ਤਾਂ ਜਿਹੜਾ ਬ੍ਰਹਮਚਾਰੀ ਹੈ ਉਹ ਬਹੁਤ ਅੱਛਾ ਹੈ, ਜਿਹੜਾ ਆਪਣੇ ਆਪ ਨੂੰ ਕੰਟਰੋਲ ਰੱਖਦਾ ਉਹ ਬਹੁਤ ਅੱਛਾ ਹੈ, ਉਹ ਮੋਰਲੀ ਹਾਈ ਹੈ, ਉਹਦਾ ਦੂਜੇ ਦਾ ਅਖਲਾਕ ਗਿਰਿਆ ਹੋਇਆ। ਹਾਲਾਂਕਿ ਤੁਸੀਂ ਦੱਸਦੇ ਸੀ ਵੀ ਇਹ ਤਾਂ ਬਾਇਓਲੋਜੀਕਲ ਨੀਡਸ ਨੇ ਸਾਰੇ ਬੰਦਿਆਂ ਦੀਆਂ। ਦੇਖੋ ਥਿੰਦ ਸਾਹਿਬ, ਇਹ ਤੁਸੀਂ ਇਹ ਕਹਿ ਸਕਦੇ ਆ ਵੀ ਤੁਸੀਂ ਜਿਹੜਾ ਤੁਹਾਡੇ ਸੈਕਸ ਦੇ ਰਿਲੇਸ਼ਨ ਆ ਉਹ ਜਿੱਥੇ ਤੁਸੀਂ ਰਹਿੰਦੇ ਆ ਉਹਦੇ ਅੰਦਰ ਰਹਿ ਕੇ, ਤੁਸੀਂ ਉਸ ਦਾਇਰੇ ਦੇ ਅੰਦਰ ਰਹਿ ਕੇ ਉਹ ਰਿਲੇਸ਼ਨ ਰੱਖੋ ਜਾ ਕੇ। ਇਹ ਮੈਂ ਤੁਹਾਡੇ ਨਾਲ ਬਿਲਕੁਲ ਐਗਰੀ ਕਰਨਾ ਵੀ ਭਾਰਤੀ ਸੁਸਾਇਟੀ ਵਿੱਚ ਸਾਰੀ ਜਿਹੜੀ ਮੋਰੈਲਿਟੀ ਆ ਉਹ ਇਹਦੇ ਨਾਲ ਹੀ ਜੋੜੀ ਹੋਈ ਹੈ ਜਾ ਕੇ। ਕਤਲ ਹੁੰਦੇ ਇਸੇ ਗੱਲ ਦੇ ਨਾਲ ਜੋੜੀ ਹੋਈ ਆ ਵੀ ਜਿਹੜਾ ਔਰ ਥਿੰਦ ਸਾਹਿਬ ਕਪਟਤਾ ਇੰਨੀ ਆ, ਮੈਂ ਤੁਹਾਨੂੰ ਦੱਸਾਂ। ਤੁਸੀਂ ਕਹਿੰਦੇ ਜੀ ਵੀ ਬ੍ਰਹਮਚਾਰੀ ਦੀ ਬੜੀ ਕਦਰ ਹੈ ਜਾ ਕੇ, ਠੀਕ ਹੈ ਨਾ। ਜੇ ਤੁਹਾਡੇ ਬੱਚੇ ਦੇ ਵਿੱਚ ਸੈਕਸ ਹੈ ਨਹੀਂ ਤਾਂ ਫਿਰ ਤੁਸੀਂ ਡਾਕਟਰਾਂ ਕੋਲ ਹੀ ਫਿਰਦੇ ਉਹਨੂੰ ਜਾ ਕੇ, ਠੀਕ ਹੈ। ਜੇ ਨੇਚਰ ਨੇ ਉਹਨੂੰ ਬ੍ਰਹਮਚਾਰੀ ਬਣਾਤਾ, ਠੀਕ ਹੈ ਨਾ। ਉਹ ਕਹਿੰਦੇ ਇਹ ਤਾਂ ਜੀ ਇਹ ਤਾਂ ਇੰਪੋਰਟੈਂਟ ਹੋ ਗਿਆ, ਇਹਦਾ ਇਲਾਜ ਕਰਾਓ ਜਾ ਕੇ, ਇਹਨੂੰ ਦੁਆ ਕਰਾਓ ਕਰਕੇ ਹਕੀਮ ਕੋਲ ਲੈ ਕੇ ਜਾਓ। ਸੋ ਇਸ ਗੱਲ ਕਰਕੇ ਮੋਰੈਲਿਟੀ ਜਿਹੜੀ ਹੈਗੀ ਆ, ਮੋਰੈਲਿਟੀ ਨਾਲੋਂ ਜਿਹੜਾ ਲਾਅ ਆ ਉਹਦੀ ਪਾਲਣਾ ਕਰਨੀ ਜ਼ਿਆਦਾ ਜ਼ਰੂਰੀ ਆ ਕਿ ਉਹ ਜ਼ਿਆਦਾ ਕਲੀਅਰ ਹੈ, ਮਤਲਬ ਮੋਰੈਲਿਟੀ ਨਾਲੋਂ। ਪਰ ਐਜ਼ ਏ ਪਰਸਨ, ਗੁੱਡ ਪਰਸਨ ਜਿਹੜਾ ਬਣਨਾ ਜ਼ਰੂਰੀ ਹੈ ਉਹਦੇ ਲਈ। ਅੱਛਾ, ਅਗਲੀ ਤੁਹਾਨੂੰ ਮੈਂ ਗੱਲ ਇਹ ਆ ਜਾਂਦਾ ਜੀ ਵੀ ਇੱਕ ਜਿਹੜੀ ਆਸ ਰੱਖਣੀ ਚਾਹੀਦੀ ਆ ਵੀ ਇਹ ਸਾਡੀ ਰਿਸਪੈਕਟ ਕਰਨ, ਰਿਸਪੈਕਟ ਦੀ ਆਸ ਰੱਖਣੀ ਚਾਹੀਦੀ ਆ ਵੀ ਬੱਚੇ ਰਿਸਪੈਕਟ ਕਰਨ। ਹੁਣ ਬੱਚੇ ਰਿਸਪੈਕਟ ਤਾਂ ਹੀ ਕਰੂਗੇ ਜੇ ਘਰ ਦੇ ਵਿੱਚ ਰਿਸਪੈਕਟ ਦਾ ਮਾਹੌਲ ਆ। ਘਰ ਦੇ ਵਿੱਚ ਮੈਂ ਇਸ ਗੱਲ ਤੇ ਕਿਹਾ ਵੀ ਜੇ ਘਰ ਦੇ ਵਿੱਚ ਮਾਂ ਦੀ ਰਿਸਪੈਕਟ ਨਹੀਂ ਹੁੰਦੀ ਤਾਂ ਬੱਚਿਆਂ ਨੇ ਕਹਾਂ ਰਿਸਪੈਕਟ ਨਹੀਂ ਕਰਨੀ। ਮਾਂ ਦੀ ਰਿਸਪੈਕਟ ਕਰਨੀ ਬਹੁਤ ਜ਼ਰੂਰੀ ਹੈ। ਔਰ ਘਰ ਦੇ ਵਿੱਚ ਰਿਸਪੈਕਟ ਦਾ ਤਾਲੁਕ ਬੋਲੀ ਦੇ ਨਾਲ ਵੀ ਜ਼ਿਆਦਾ ਹੈ। ਲੈਂਗੁਏਜ ਕੀ ਬੋਲਦੇ ਆ ਤੁਸੀਂ, ਸ਼ਬਦ ਕੀ ਬੋਲਦੇ ਆ, ਕਿੱਦਾਂ ਦੀ ਗੱਲਬਾਤ ਕਰਦੇ ਆ। ਮਾਂ ਦੇ ਲਈ ਵੀ ਬਹੁਤ ਜ਼ਰੂਰੀ ਆ ਵੀ ਉਹ ਬਾਪ ਦੀ ਰਿਸਪੈਕਟ ਕਰੇ। ਜੇ ਉਹ ਰਿਸਪੈਕਟ ਨਹੀਂ ਕਰਦੀ ਹੈ, ਜਾਂ ਮਾਂ ਜਿਹੜੀ ਹੈਗੀ ਬੱਚਿਆਂ ਨੂੰ ਫਰਜ਼ ਕਰੋ ਕੁੱਤਿਆ ਮਰ ਜਾਣਾ ਜਾਂ ਕਹਿ ਕੇ ਬੁਲਾਉਂਦੀ ਹੈ ਜਾ ਕੇ, ਤਾਂ ਫਿਰ ਬੱਚਿਆਂ ਤੋਂ ਤੁਸੀਂ ਆਸ ਨਾ ਰੱਖੋ ਵੀ ਜਾ ਕੇ ਉਹ ਤੁਹਾਨੂੰ ਰਿਸਪੈਕਟ ਦੇਊ। ਕੁੱਤਿਆ ਮਰ ਜਾਣਾ ਫਾਦਰ ਕਈ ਪਰਸਨ ਗਾਲਾਂ ਸਿਖਾਉਂਦੇ ਹੁੰਦੇ ਉਰੇ ਓਏ ਬੰਦੇ ਬੈਠਿਆਂ 'ਚ ਗਾਲ ਕੱਢ ਕੇ ਭੈਣ ਦੀ ਗਾਲ ਸਕਾਲਦੇ ਆ। ਸੋ ਫਿਰ ਦੇਖੋ ਉਹ ਜਿਹੜੀ ਰਿਸਪੈਕਟ ਦੀ ਆਸ ਜ਼ਰੂਰ ਰੱਖਣੀ ਚਾਹੀਦੀ ਆ, ਪਰ ਰਿਸਪੈਕਟ ਬਿਗੈਟਸ ਰਿਸਪੈਕਟ। ਬੱਚੇ ਦੀ ਰਿਸਪੈਕਟ ਕਰੋਗੇ ਤਾਂ ਰਿਸਪੈਕਟ ਮਿਲੂਗੀ ਜਾ ਕੇ। ਬੱਚੇ ਦਾ ਅਪਮਾਨ ਕਰੋਗੇ ਤਾਂ ਤੁਹਾਨੂੰ ਵੀ ਅਪਮਾਨ ਮਿਲੂਗਾ, ਜਾਂ ਘਰ ਦੇ ਕਿਸੇ ਫਰਦ ਦਾ ਵੀ ਤੁਸੀਂ ਅਪਮਾਨ ਕਰੋਗੇ। ਜੇ ਹਸਬੈਂਡ ਵਾਈਫ ਦਾ ਅਪਮਾਨ ਕਰੂਗਾ, ਵਾਈਫ ਹਸਬੈਂਡ ਦਾ ਅਪਮਾਨ ਕਰੂਗਾ, ਤਾਂ ਫਿਰ ਬੱਚਿਆਂ ਤੋਂ ਆਸ ਨਾ ਰੱਖੋ ਤਾਂ ਕਿ ਵੀ ਬੱਚੇ ਘਰ ਦੇ ਤੁਹਾਡੀ ਰਿਸਪੈਕਟ ਕਰੂਗੇ। ਇਹ ਜਿਹੜੀ ਹੈਗੀ ਹੈ ਬਹੁਤ ਜ਼ਰੂਰੀ ਗੱਲ ਆ, ਅਤੇ ਇਹ ਜ਼ਰੂਰ ਹੋਣੀ ਚਾਹੀਦੀ। ਹੁਣ ਮੈਂ ਕਹਿੰਦਾ ਵੀ ਕਿਹੜੀਆਂ ਗੱਲਾਂ ਹੈ ਜਿਨ੍ਹਾਂ 'ਤੇ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ। ਅੱਛਾ, ਉਹ ਕਿਹੜੀਆਂ ਨੇ? ਉਹ ਜਿਹੜੀਆਂ ਹੈ ਵੀ ਇਹਨਾਂ 'ਤੇ ਜਿਹੜੀ ਗੱਲ ਹੈਗੀ ਆ ਵੀ ਇਹਦੇ ਵਿੱਚ ਤਾਂ ਕੋਈ ਕੰਪਰੋਮਾਈਜ਼ ਨਹੀਂ। ਇਹ ਤਾਂ ਤੁਹਾਨੂੰ ਕਰਨਾ ਹੈ, ਇਹ ਆਸਤਾ ਰੱਖਣੀ ਹੈ ਰਿਸਪੈਕਟ ਦੀ। ਨਹੀਂ, ਪਹਿਲੀ ਹੈਗੀ ਆ ਕ੍ਰਾਈਮ ਲਾਅ ਦੀ ਵੀ ਇਹ ਜਿਹੜਾ ਹੈਗਾ ਕੋਰਟਾਂ ਕਚਹਿਰੀਆਂ ਵਿੱਚ ਨਹੀਂ। ਉਹ ਨਿਆਣੇ ਨਾਲ ਕਲੀਅਰ ਗੱਲ ਕਰ ਰਿਹਾ ਵੀ ਇੱਥੇ ਤੇਰੇ ਨਾਲ ਕੋਈ ਰਿਆਇਤ ਨਹੀਂ ਹੈ, ਕੋਈ ਕੰਪਰੋਮਾਈਜ਼ ਨਹੀਂ ਹੈ ਤੇਰੇ ਨਾਲ, ਫਿਰ ਸਾਡਾ ਤੇਰੇ ਨਾਲ ਕੋਈ ਤਾਲੁਕ ਨਹੀਂ ਹੈ। ਜੇ ਤਾਂ ਰੋਜ਼ ਆਹੀ ਕੁਛ ਕਰਨਾ ਹੈਗਾ ਜਾ ਕੇ ਕਾਨੂੰਨ ਦੀ ਤਾਂ ਉਲੰਘਣਾ ਕਰਨੀ ਹੈ। ਜੇ ਉਲੰਘਣਾ ਕਰਨੀ ਹੈ ਤਾਂ ਜੋ ਆਗਿਆ ਦਿੰਦਾ ਵੀ ਆਹ ਕਾਨੂੰਨ ਗਲਤ ਆ, ਉਹਨੂੰ ਬਦਲਾਉਣ ਦੇ ਲਈ ਜੋ ਪ੍ਰੋਸੈਸ ਡੈਮੋਕ੍ਰੈਟਿਕ ਹੈਗਾ ਇਸ ਮੁਲਕ ਦੇ ਵਿੱਚ ਉਹ ਫੋਲੋ ਕਰੋ, ਠੀਕ ਹੈ ਨਾ। ਜੇ ਜਲੂਸ ਕੱਢਣਾ ਜਲੂਸ ਕੱਢੋ, ਦੂਜਾ ਕੱਢੋ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਅਨਲਾਫੁਲ ਤਰੀਕੇ ਨਾਲ ਰੱਖੋ। ਇੱਕ ਤਾਂ ਇਹ ਗੱਲ ਹੈ। ਦੂਜੀ ਕਹਿੰਦੀ ਆਸ ਰੱਖਣੀ ਪੱਕੀ ਜਾਣੀ ਹੈ ਨੋ ਡਰੱਗਸ। ਡਰੱਗ 'ਤੇ ਕੋਈ ਕੰਪਰੋਮਾਈਜ਼ ਨਹੀਂ, ਠੀਕ ਹੈ ਨਾ। ਉਹਦੇ ਵਿੱਚ ਬੱਚੇ ਦੀ ਹੋਰ ਗੱਲ ਕਮਾਉਂਦਾ ਘੱਟ ਕਮਾਉਂਦਾ ਵੱਧ ਕਮਾਉਂਦਾ ਜੁਦੀ ਗੱਲ ਹੈ, ਪਰ ਜੇ ਉਹ ਡਰੱਗ ਆ ਇਹਦੀ ਆਸ ਜ਼ਰੂਰ ਰੱਖਣੀ ਚਾਹੀਦੀ ਆ ਵੀ ਸਾਡਾ ਬੱਚਾ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਹੈਗਾ ਆ ਉਹ ਡਰੱਗ ਦੇ ਨਾਲ ਵਿੱਚ ਇਨਵੋਲਵ ਨਹੀਂ ਹੋਣਾ ਚਾਹੀਦਾ, ਨਸ਼ੇ ਨਹੀਂ ਹੋਣੇ ਚਾਹੀਦੇ ਉਹਦੇ ਨਾਲ ਜਾ ਕੇ। ਅੱਛਾ, ਉਹਦੇ ਵਿੱਚ ਵੀ ਸੈਂਸਰ ਬਹੁਤ ਕੁਛ ਆ ਜਾਂਦਾ ਜਾ ਕੇ। ਹੁਣ ਜਿਹੜੇ ਨਸ਼ੇ ਦੀ ਵੀ ਪਰਿਭਾਸ਼ਾ ਤੁਹਾਡੀ ਆ ਜਾਂਦੀ ਵੀ ਕਿਹੜਾ ਨਸ਼ਾ ਜਾ ਕੇ। ਹੁਣ ਆਪਾਂ ਇਹ ਕਹਿ ਸਕਦੇ ਹਾਂ ਬੈਂਡ ਨਸ਼ਾ ਜਿਹੜਾ ਲਾਫੁਲੀ ਬੈਂਡ ਨਸ਼ਾ, ਕਿਉਂਕਿ ਜਿਹੜੀ ਲਿਕਰ ਹੁਣ ਆਮ ਚੱਲਦੀ ਹੈ, ਇਹਨੂੰ ਤੁਸੀਂ ਨਸ਼ੇ ਵਿੱਚ ਰੱਖਦੇ ਨਹੀਂ ਆ, ਘਰਾਂ 'ਚ ਪੀ ਹੁੰਦੀ ਹੈ, ਉਹਦੇ ਨਾਲ ਹੈਗੀ ਹੈ। ਇੱਕ ਜਿਹੜੀ ਸੁੱਖਾ ਵੀ ਹੋ ਗਿਆ, ਸਿੱਖਾ ਵੀ ਦੇਖੇਗਾ ਤਾਂ ਉਹਦੇ ਵਿੱਚ ਲੈਂਗੁਏਜ ਨਹੀਂ ਹੋਣੀ ਚਾਹੀਦੀ। ਲੈਂਗੁਏਜ ਤਾਂ ਆ ਜੇ ਤੁਸੀਂ ਨਹੀਂ ਹੈਗੀ। ਇੱਕ ਕ੍ਰਾਈਮ, ਡਰੱਗ
ਤਾਂ ਤੀਜੇ ਜਿਹੜੇ ਹੈਗੇ ਆ, ਬੱਚੇ ਨੂੰ ਇਸ ਗੱਲ ਤੇ ਜ਼ਰੂਰ ਹੋਣਾ ਚਾਹੀਦਾ ਵੀ ਹੈਲਥ ਆਪਣੀ ਜ਼ਰੂਰ ਠੀਕ ਰੱਖਿਓ, ਇਹਦੇ ਤੇ ਕੰਪਰੋਮਾਈਜ਼ ਕੋਈ ਗੱਲ ਨਹੀਂ ਹੈ। ਆਲ ਅਵੋਇਡੇਬਲ ਡਿਜ਼ੀਜ਼ ਇਸ ਇਨ ਅਵੋਇਡੇਬਲ ਡਿਜ਼ੀਜ਼ ਜਿਹੜੀ ਹੈਗੀ ਉਹ ਤੋਂ ਉਹਨੂੰ ਬਚਣਾ ਚਾਹੀਦਾ। ਅਵੋਇਡੇਬਲ ਡਿਜ਼ੀਜ਼, ਜੈਨੇਟਿਕ ਡਿਜ਼ੀਜ਼ ਤਾਂ ਕੁਝ ਨਹੀਂ ਕਰ ਸਕਦਾ, ਉਹ ਤਾਂ ਕੁਝ ਨਹੀਂ ਕਰ ਸਕਦੇ। ਜਿਹੜੀ ਟੀਕ ਹੁਣ ਆ ਲੱਗ ਜਾਂਦਾ ਕਈ ਵਾਰ, ਜੇ ਹੁਣ ਉਹਦੇ ਵਿੱਚ ਉਹ ਬੱਚੇ ਨੂੰ ਜ਼ਰੂਰ ਹੋਣਾ ਚਾਹੀਦਾ, ਕੋਈ ਨਹੀਂ ਹੋਣੀ ਚਾਹੀਦੀ ਹੈ। ਸੋ ਇਹਨਾਂ ਗੱਲਾਂ ਕਰਕੇ ਮੈਂ ਇਹ ਚਾਹੁੰਦਾ ਵੀ ਬੱਚਿਆਂ ਦੇ ਪ੍ਰਤੀ ਹਰ ਉਹ ਫੇਸ ਹੁੰਦਾ, ਮੈਂ ਤੁਹਾਨੂੰ ਹੋਰ ਦੱਸਦਾ, ਹਰ ਉਹ ਗੱਲ ਜਿਹੜੀ ਘਰ ਵਿੱਚ ਕਲੇਸ਼ ਘਟਾਉਂਦੀ ਉਹ ਠੀਕ ਹੈ। ਮੋਟੇ ਤੌਰ ਤੇ ਮੈਂ ਦੱਸ ਦਵਾਂ ਜਾ ਕੇ ਇਹੀ ਆਸ ਰੱਖ ਲਓ ਵੀ ਮੁੱਖ ਮਕਸਦ ਕੀ ਆ, ਹਰ ਫੈਮਿਲੀ ਦਾ ਮੁੱਖ ਮਕਸਦ ਕੀ ਹੋਣਾ ਚਾਹੀਦਾ, ਘਰ ਦੇ ਵਿੱਚ ਕਲੇਸ਼ ਨਾ ਹੋਵੇ, ਖੁਸ਼ੀ ਰਹੇ, ਘੱਟ ਰਹੇ, ਖੁਸ਼ੀ ਰਹੇ। ਕਿਉਂਕਿ ਜਿਸ ਫੈਮਿਲੀ ਫਿਕਸ ਕਰ ਲਈ ਥੈਨ ਸਾਹਿਬ, ਕਿ ਮੈਂ ਤੁਹਾਨੂੰ ਅੱਗੇ ਆਪਾਂ ਇੱਕ ਵਾਰ ਗੱਲ ਕੀਤੀ ਸੀ, ਇੱਕ ਬੰਦਾ ਇੱਕ ਵਾਰ ਗਿਆ ਮਦਰ ਟਰੇਸਾ ਦੇ ਕੋਲ, ਮਦਰ ਟਰੇਸਾ ਨੂੰ ਜਾ ਕੇ ਕਹਿੰਦਾ ਆਈ ਵਾਂਟ ਟੂ ਡੂ ਸਮਥਿੰਗ ਫॉर द ਵਰਲਡ ਪੀਸ। ਉਹ ਕਹਿੰਦੀ ਗੋ ਹੋਮ ਐਂਡ ਲਵ ਯੂਰ ਫੈਮਿਲੀ। ਜੇ ਸਾਰੇ ਵਰਲਡ ਪੀਸ ਨੂੰ ਕੁਝ ਕੰਟਰੀਬਿਊਟ ਕਰਨਾ ਤਾਂ ਆਪਣੀ ਫੈਮਿਲੀ ਨਾਲ ਜਾ ਕੇ ਪਿਆਰ ਕਰ, ਫੈਮਿਲੀ ਨੂੰ ਚੰਗੀ ਤਰ੍ਹਾਂ ਰੱਖ, ਜਾ ਕੇ ਸ਼ਾਂਤੀ ਰੱਖ। ਹਾਂ, ਜਿਨ ਫੈਮਿਲੀ ਨੂੰ ਫਿਕਸ ਕਰ ਲਿਆ, ਜਿਨ ਫੈਮਿਲੀ ਵਿੱਚ ਮੁਹੱਬਤ ਪੈਦਾ ਕਰ ਲਈ, ਜਿਨ ਫੈਮਿਲੀ ਵਿੱਚ ਰਿਸਪੈਕਟ ਪੈਦਾ ਕਰ ਲਈ, ਉਹਨੂੰ ਮੁਆਸ਼ਰੇ ਵਿੱਚ ਰਿਸਪੈਕਟ ਕਰ ਲਈ, ਸਮਾਜ ਵਿੱਚ ਰਿਸਪੈਕਟ ਉਹਨੂੰ ਸਮਝੋ ਖਿਲਾਰ ਦਿੱਤੀ, ਕੰਟਰੀ ਦੇ ਵਿੱਚ ਖਿਲਾਰਤੀ, ਉਹ ਦੁਨੀਆ ਦੇ ਵਿੱਚ ਇਹ ਖਿਲਾਰ ਦਿੱਤੀ। ਸੋ ਇਹ ਬਹੁਤ ਜ਼ਰੂਰੀ ਆ। ਫਿਰ ਇਹ ਜਿਹੜੀ ਹੈਗਾ ਹਰ ਉਹ ਗੱਲ ਜਿਹੜੀ ਫੈਮਿਲੀ ਦੇ ਵਿੱਚ ਸ਼ਾਂਤੀ ਲਿਆਉਂਦੀ ਆ, ਪੀਸ ਲਿਆਉਂਦੀ ਆ, ਉਹ ਠੀਕ ਹੈ। ਬਸ ਮੋਟਾ ਇਹ ਸੂਲ ਹੈ ਇਹ ਜਾ ਕੇ। ਪਰ ਸਭ ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਮਾਪਿਆਂ ਨੂੰ, ਖਾਸ ਤੌਰ ਦੇ ਉੱਤੇ ਜਿਹੜੇ ਐਕਸਪੈਕਟੇਸ਼ਨਸ ਰੱਖਦੇ ਆ? ਸਭ ਮਾਪਿਆਂ ਨੂੰ ਤਾਂ ਜੋ ਮੈਂ ਕਹਿਣਾ ਸੀ ਉਹ ਤਾਂ ਮੈਂ ਕਹਿ ਦਿੱਤਾ ਜਾ ਕੇ ਵੀ ਤੁਸੀਂ ਬਹੁਤੀਆਂ ਐਕਸਪੈਕਟੇਸ਼ਨ ਨਾ ਰੱਖੋ, ਪਰ ਇਹ ਆ ਪਰਿਵਾਰ ਦੇ ਵਿੱਚ ਜਿਹੜਾ ਹੈਗਾ ਇਹਨੂੰ ਜ਼ਰੂਰ ਠੀਕ ਕਰਕੇ ਰੱਖੋਗੇ। ਇੱਕ ਮੈਂ ਹੋਰ ਗੱਲ ਦੱਸ ਦਵਾਂ, ਮੈਂ ਹੁਣ ਉਮਰ ਦੇ ਹਿਸਾਬ ਨਾਲ ਤੁਹਾਨੂੰ ਦੱਸਦਾ, ਜਿੱਦਾਂ ਤੁਹਾਡੀ ਉਮਰ ਵੱਧਦੀ ਜਾਂਦੀ ਹੈ ਨਾ ਜੀ, ਉੱਦਾਂ ਤੁਹਾਡੇ ਬਾਹਰਲੇ ਜਿਹੜੇ ਰਿਲੇਸ਼ਨ ਉਹ ਸ਼ਰਿੰਕ ਹੋਣ ਲੱਗ ਪੈਂਦੇ ਆ, ਬਾਹਰਲੇ ਕੰਟੈਕਟ ਤੁਹਾਡੇ ਘਟਣ ਲੱਗ ਪੈਂਦੇ ਆ, ਔਰ ਤੁਹਾਡੀ ਤੁਸੀਂ ਬੋਇਲ ਡਾਊਨ ਫੈਮਿਲੀ 'ਤੇ ਆਉਣ ਲੱਗ ਪੈਂਦੇ ਆ, ਤੁਸੀਂ ਮਗਰੋਂ ਆ ਕੇ ਤੁਸੀਂ ਸਿਰਫ ਨਰੋਲ ਫੈਮਿਲੀ 'ਤੇ ਰਹਿ ਜਾਂਦੇ ਆ। ਸੋ ਇਹ ਫੈਮਿਲੀ ਨੂੰ ਜੇ ਪਹਿਲਾਂ ਤੋਂ ਠੀਕ ਰੱਖੋਗੇ ਤਾਂ ਇੱਕ ਕਿਸਮ ਦੀ ਇਹ ਇਨਵੈਸਟਮੈਂਟ ਹੀ ਹੈ ਉਹਦੇ ਵਿੱਚ ਜਾ ਕੇ। ਜੇ ਪਹਿਲਾਂ ਹੀ ਯੰਗ ਏਜ ਦੇ ਵਿੱਚ ਇਹ ਰਿਲੇਸ਼ਨ ਨਿਆਣਿਆਂ ਨਾਲ ਠੀਕ ਰਹੂਗੇ ਤਾਂ ਫਿਰ ਓਲਡ ਏਜ ਦੇ ਵਿੱਚ ਇੱਕ ਕਿਸਮ ਨਾਲ ਸੌਖੇ ਰਹਿੰਦੇ ਆ ਜਾ ਕੇ, ਕਿਉਂਕਿ ਓਲਡ ਏਜ ਦੇ ਵਿੱਚ ਬਾਕੀ ਰਿਲੇਸ਼ਨ ਖਤਮ ਹੋ ਜਾਣੇ ਆ। ਔਰ ਬਹੁਤੇ ਕੇਸ ਐਸੇ ਦੇਖੋ, ਆਪਣੀ ਕਮਿਊਨਿਟੀ ਦੇ ਵਿੱਚ ਬੰਦੇ ਜਿਹੜੇ ਆ ਓਲਡ ਹੋਮ 'ਚ ਨਹੀਂ ਜਾਣਾ ਚਾਹੁੰਦੇ, ਠੀਕ ਹੈ ਨਾ, ਪਰ ਜਾਂਦੇ ਆ ਕਾਫੀ, ਕਿਉਂਕਿ ਉਹ ਬਹੁਤੀ ਹਾਲਤ ਵਿੱਚ ਉਹ ਜਾਂਦੇ ਆ ਜਿਸ ਵੇਲੇ ਘਰ ਦੇ ਵਿੱਚ ਉਹਨਾਂ ਨੂੰ ਮਾਹੌਲ ਚੰਗਾ ਨਹੀਂ ਮਿਲਦਾ। ਕਈ ਵਾਰ ਇਹੋ ਜਿਹੀ ਗੱਲ ਵੀ ਹੋ ਜਾਂਦੀ ਹੈ ਵੀ ਕਿਉਂਕਿ ਉਹ ਪ੍ਰੋਫੈਸ਼ਨਲ ਹੈਲਪ ਦੀ ਲੋੜ ਪੈਂਦੀ ਹੈ, ਉਹ ਸੈਪਰੇਟ ਚੀਜ਼ ਹੈ। ਪਰ ਕਈ ਬੰਦੇ ਇਸ ਗੱਲ ਕਰਕੇ ਆ ਉਹ ਬੱਚੇ ਸਾਂਭਣਾ ਨਹੀਂ ਚਾਹੁੰਦੇ ਹੈ, ਠੀਕ ਹੈ ਨਾ, ਉਹ ਉਸੇ ਹਾਲਤ ਵਿੱਚ ਸਾਂਭਣਾ ਨਹੀਂ ਚਾਹੁੰਦੇ ਕਿਉਂਕਿ ਪਹਿਲਾਂ ਉਹਨਾਂ ਦਾ ਟਰੀਟਮੈਂਟ ਚੰਗਾ ਨਹੀਂ ਹੋਇਆ ਹੁੰਦਾ ਜਾ ਕੇ। ਜੇ ਬੱਚਿਆਂ ਨਾਲ ਪਹਿਲਾਂ ਯੰਗ ਏਜ ਦੇ ਵਿੱਚ ਚੰਗੀ ਤਰ੍ਹਾਂ ਟਰੀਟਮੈਂਟ ਹੁੰਦਾ, ਫਿਰ ਉਹ ਓਲਡ ਏਜ ਤੁਹਾਨੂੰ ਛੱਡਣਾ ਨਹੀਂ ਚਾਹੁੰਦੇ ਹੈ ਜਾ ਕੇ, ਜੇ ਰੱਖਣਾ ਚਾਹੁੰਦੇ, ਕਿਉਂਕਿ ਉਹਨਾਂ ਦਾ ਪਿਆਰ, ਜੇ ਤੁਸੀਂ ਕਹੋ ਸਿਰਫ ਤੁਹਾਡਾ ਹੀ ਪਿਆਰ ਹੈ, ਉਹਨਾਂ ਦਾ ਪਿਆਰ ਤੁਹਾਡੇ ਨਾਲ ਨਹੀਂ ਹੈ, ਉਹਨਾਂ ਦਾ ਵੀ ਪਿਆਰ ਤੁਹਾਡੇ ਨਾਲ ਹੈਗਾ ਪਰ ਇੰਨਾ ਨਹੀਂ ਹੈ ਜਿੰਨਾ ਤੁਹਾਡਾ ਆ, ਠੀਕ ਹੈ, ਹੈਗਾ ਉਹਨਾਂ ਦਾ ਵੀ ਪਿਆਰ। ਸੋ ਬੱਚਿਆਂ ਨੂੰ ਜਿਹੜਾ ਹੈਗਾ ਯੰਗ ਏਜ ਦੇ ਵਿੱਚ ਫੈਮਿਲੀ ਦੇ ਵਿੱਚ ਮਾਹੌਲ ਚੰਗਾ ਰਹੇ ਤਾਂ ਓਲਡ ਏਜ ਵੀ ਸੌਖੀ ਗੁਜ਼ਰੂਗੀ। ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ। ਥੈਂਕ ਯੂ ਸਰ, ਬਹੁਤ ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਹਾਂਜੀ। For more entertainment, download the Red FM app from the Google Play Store and Apple App Store now. Just one click. So much.